ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤੈਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਬਖਸ਼ੀਆਂ ਹਨ। ਤੋ ਆਓ ਜੋ ਇਤਿਹਾਸ ਦੀ ਕਥਾ ਦਾ ਸਮਾਂ ਹੈ, ਬਹੁਤ ਹੀ ਸਤਿਕਾਰਯੋਗ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਅੰਸ਼-ਬੰਸ਼ 12ਵੀਂ ਪੀੜ੍ਹੀ ਵਿੱਚ ਪੈਦਾ ਹੋਏ ਸ਼੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ। ਉਹਨਾਂ ਦੁਆਰਾ ਰਚਿਤ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਚੱਲ ਰਹੀ ਹੈ, ਮਾਈ ਭਾਈ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਤੋ ਆਓ 2 ਦਿਨ ਕਥਾ ਨਹੀਂ ਹੋਈ ਕਿਉਂਕਿ ਭਾਦਰੋਂ ਮਹੀਨੇ ਦੀ ਸੰਗਰਾਂਦ ਜੋ ਹਰ ਮਹੀਨੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੁੰਦੇ ਹਨ, ਸੰਗਰਾਂਦ ਵਾਲੇ ਦਿਨ ਭੋਗ ਪਾਏ ਜਾਂਦੇ ਹੈ। ਵੱਖ-ਵੱਖ ਮਾਈ ਭਾਈ ਸਿੱਖ ਸੰਗਤਾਂ ਦੇਸ਼ ਔਰ ਵਿਦੇਸ਼ ਤੋਂ ਆਪਣੇ ਹਿੱਤ ਭਲੇ ਦੇ ਵਾਸਤੇ ਜੋ ਕਾਮਨਾ ਭਾਵਨਾ ਪੂਰੀਆਂ ਕਰਨ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਲੈਂਦੇ ਹਨ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਤਿਗੁਰੂ ਪਾਤਸ਼ਾਹ ਦਾ ਓਟ ਆਸਰਾ ਲੈਂਦੇ ਨੇ ਔਰ ਬੇਅੰਤ ਮਾਈ ਭਾਈ ਸੇਵਾ ਕਰਦੇ ਜੀਵਨ ਸਫਲ ਕਰਦੇ ਹੈ। ਅੱਜ ਭਾਦਰੋਂ ਮਹੀਨੇ ਦੀ ਸੰਗਰਾਂਦ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਬਖਸ਼ਿਆ। ਭਾਦੋਏ ਭਰਮ ਭੁਲਾਣੀਆ ਦੂਜਾ ਲੱਗਾ ਹੇਤ। ਉਹ ਸੰਖੇਪ ਵਿਚਾਰ ਆਪਾਂ ਭੋਗ ਦੇ ਸਮੇਂ
ਸਤਿਗੁਰੂ ਜੀ ਦੀ satsang ਕਰਦਿਆਂ ਆਨੰਦ ਮਾਣਿਆ। ਹੁਣ ਸ਼ਾਮ ਦੇ ਸਮੇਂ ਜੋ ਲੜੀਵਾਰ ਇਤਿਹਾਸ ਦੀ ਕਥਾ ਹੈ, 2 ਦਿਨ ਪਹਿਲਾਂ ਆਪਾਂ ਇਹ ਕਥਾ ਸਰਵਣ ਕੀਤੀ। ਸ੍ਰੀ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਚੱਲਦੀ, ਹੋਰ ਸੇਵਾਵਾਂ ਚੱਲਦੀਆਂ ਨੇ। ਤੋ ਬਾਬਾ ਪ੍ਰੇਮ ਸਿੰਘ ਜੀ ਬੇਦੀ ਉਹਨਾਂ ਨੇ ਬੇਨਤੀ ਕੀਤੀ ਕਿ ਹੇ ਸੰਤਰੇਣ ਪ੍ਰੇਮ ਸਿੰਘ ਜੀ, ਕਿਰਪਾ ਕਰਕੇ ਕੁਝ ਐਸੇ ਗੁਰਸਿੱਖਾਂ ਦਾ ਉਹਨਾਂ ਦੀਆਂ ਸਾਖੀਆਂ ਵੀ ਸੁਣਾਓ ਜਿਨ੍ਹਾਂ ਨੇ ਪ੍ਰੇਮ ਭਾਵਨਾ ਨਾਲ ਸੇਵਾ ਕੀਤੀ ਗੁਰੂ ਮਹਾਰਾਜ ਦੇ ਦਰ ਘਰ ਤੇ। ਤਾਂ ਫਿਰ ਗੁਰੂ ਪਾਤਸ਼ਾਹ ਮਹਾਰਾਜ ਦੇ ਉਹਨਾਂ ਗੁਰਸਿੱਖਾਂ ਵਿੱਚ ਭਾਈ ਭਗਤੂ ਜੀ ਸਿੱਧੂ ਗੋਤ ਦੇ ਜੱਟ ਜ਼ਿਮੀਂਦਾਰ ਪਰਿਵਾਰ ਵਿੱਚ ਪੈਦਾ ਹੋਏ, ਪੁੱਚੋ ਨਗਰ ਦੇ ਬ੍ਰਹਮ ਗਿਆਨੀ, ਉਹਨਾਂ ਦੀ ਸੇਵਾ ਦਾ ਜ਼ਿਕਰ ਹੋਇਆ। ਉਸ ਉਪਰੰਤ ਜੋ ਭਾਈ ਮੰਝ ਜੀ ਮਹਾਨ ਗੁਰਸਿੱਖ ਇਲਾਕੇ ਦੇ ਚੌਧਰੀ ਤੇ ਸਖੀ ਸਰਵਰੀਏ ਨੂੰ ਮੰਨਣ ਵਾਲੇ, ਸਖੀ ਸਰਵਰੀਆਂ ਦੀ ਸੰਗਤ ਦੇ ਵੀ ਮੁਖੀ ਸਨ ਇਲਾਕੇ ਦੇ, ਔਰ ਘਰ ਦੇ ਵਿੱਚ ਸਖੀ ਸਰਵਰੀਏ ਦੀ ਕਬਰ ਬੜੀ ਬਣਾਈ ਹੋਈ ਸੀ। ਬੜਾ ਮੇਲਾ ਇਕੱਠ ਹੁੰਦਾ, ਬੜੀ ਦੁਨੀਆ ਭਾਈ ਮੰਝ ਨੂੰ ਨਮਸਕਾਰ ਕਰਦੀ ਹੁੰਦੀ। ਫਿਰ ਜਾਇਦਾਦ ਬਥੇਰੀ ਸੀ, ਧਨ ਪਦਾਰਥ ਘਰ ਵਿੱਚ ਬਹੁਤ ਹੈ, ਪਸ਼ੂ ਮਾਲ ਡੰਗਰ ਸਭ ਕੁਝ ਵਾਧੂ ਹੈ, ਪਰ ਅੰਤਰੀਵ ਜੋ ਆਨੰਦ ਹੈ ਉਹ ਨਹੀਂ ਪ੍ਰਾਪਤ ਹੋ ਰਿਹਾ, ਪਰਮੇਸ਼ਰ ਦਾ ਮਿਲਾਪ ਨਹੀਂ ਹੈ। ਤੋ ਇਸ ਤਰ੍ਹਾਂ ਗੁਰਸਿੱਖਾਂ ਕੋਲੋਂ ਗੁਰੂ ਸਾਹਿਬ ਦੀ ਮਹਿਮਾ ਵਡਿਆਈ ਸੁਣੀ। ਮਨ ਵਿੱਚ ਹੋਇਆ ਸਤਿਗੁਰੂ ਜੀ ਦੇ ਦਰ ਤੇ ਜਾਇਆ ਜਾਵੇ, ਗੁਰੂ ਦੇ ਲੜ ਲੱਗਿਆ ਜਾਵੇ। ਇਹ ਜੋ ਕੁਝ ਕਰ ਰਹੇ ਆ ਇਹਦੇ ਨਾਲ ਕੋਈ ਆਤਮਿਕ ਆਨੰਦ ਤੇ ਪ੍ਰਾਪਤ ਹੋ ਨਹੀਂ ਰਿਹਾ। ਤੋ ਫਿਰ ਭਾਈ ਮੰਝ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਸਿੱਖੀ ਮੰਗੀ। ਮਹਾਰਾਜ ਨੇ ਬਚਨ ਕੀਤੇ, ਭਾਈ ਮੰਝ ਇਹ ਸਿੱਖੀ ਇਸ ਤਰ੍ਹਾਂ ਹੈ ਕਿ ਖੰਡੇ ਦੀ ਤਿੱਖੀ ਧਾਰ ਦੇ ਉੱਤੇ ਤੁਰਨਾ ਪੈਂਦਾ ਹੈ, ਬਾਲ ਨਾਲੋਂ ਵੀ ਇਹ ਬਰੀਕ ਹੈ। ਇਹ ਵੇਖ ਲੈ, ਜੇ ਤਾਂ ਇਹ ਹੋ ਸਕਦਾ ਕੱਲ ਨੂੰ ਪਰਚਾ ਸੀ ਮਹਾਰਾਜ ਦਾ, ਨੁਕਸਾਨ ਵੀ ਹੋਊ, ਘਰ ਦਾ ਵੀ ਨੁਕਸਾਨ ਹੋਊ, ਲੋਕ ਵੀ ਵਿਰੁੱਧ ਹੋਣਗੇ। ਇਹ ਜਿਹੜੀ ਪ੍ਰਭਤਾ ਹੈ ਇਹ ਵੀ ਨਹੀਂ ਰਹਿਣੀ ਜੋ ਦੁਨੀਆ ਮੰਨਦੀ ਹੈ। ਸਤਿਕਾਰ ਹੱਥ ਬੰਨ੍ਹ ਕੇ ਸਾਰੇ ਕਰਦੇ, ਕੋਈ ਪੈਰੀਂ ਹੱਥ ਲਾਉਂਦਾ ਸੀ, ਬਹੁਤ ਕੁਝ। ਤੋ ਕਹਿਣ ਦਾ ਭਾਵ ਗੁਰੂ ਸਾਹਿਬ ਜੀ ਨੇ ਫਿਰ ਇਹ ਵੀ ਬਚਨ ਕਰਤਾ ਕਿ ਸਿੱਖੀ ਉੱਤੇ ਸਿੱਖੀ ਨਹੀਂ ਟਿਕ ਸਕਦੀ। ਜੇ ਸਿੱਖੀ ਧਾਰਨ ਕਰਨੀ ਹੈ ਫਿਰ ਜਿਹੜੀ ਮੜੀ ਬਣਾਈ ਹੋਈ ਹੈ ਘਰ ਵਿੱਚ ਕਬਰ ਸਖੀ ਸਰਵਰੀਏ ਦੀ, ਉਹ ਵੀ ਢਾਉਣੀ ਪੈਣੀ ਹੈ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਰੇ ਇਹ ਹੁਕਮ ਬਚਨ ਮੰਨੇ ਹੈ, ਕਿਉਂਕਿ ਸਿੱਖੀ ਨੂੰ ਬੇਸ਼ਕੀਮਤੀ ਜਾਣਿਆ। ਸੁਣ ਕਰ ਬਾਕ ਮੰਝ ਘਰ ਗਇਓ, ਤੁਰਤ ਮੁਕਾਮ ਸੁਟਾਹਤ ਭਇਓ। ਫਿਰ ਇਹ ਭਾਈ ਮੰਝ ਘਰ ਨੂੰ ਗਿਆ ਤੇ ਉਹ ਜਿਹੜਾ ਮੁਕਾਮ ਥੜਾ ਕਬਰ ਵਗੈਰਾ ਬਣਾਈ ਹੋਈ ਸੀ ਉਹ ਸਾਰਾ ਕੁਝ ਇਸਨੇ ਢਾ ਦਿੱਤਾ ਹੈ। ਆਓ ਅੱਗੇ ਪ੍ਰੇਮ ਸਤਿਕਾਰ ਦੇ ਨਾਲ ਕਥਾ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਰਲ ਹੋਏ ਸਤਿਗੁਰ ਸਰਣਾਈ, ਤੈਨ ਸਰਲ ਹੋ ਕੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਇਬ ਆਸ ਏਕ ਮਨ ਭਾਈ। ਇੱਕ ਭਾਈ ਆਸਾ ਲੈ ਕੇ ਜੋ ਮਨ ਵਿੱਚ ਭਾਵਨਾ ਆਇਆ ਹੈ, ਤਬ ਸਤਿਗੁਰ ਦੀਨ ਸੇ ਉਪਦੇਸ਼। ਤਾਂ ਤੇ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਪਦੇਸ਼ ਦਿੱਤਾ, ਸਤ ਨਾਮ ਭਜ ਹਰੋ ਕਲੇਸ਼। ਭਾਈ ਮੰਝ ਪਰਮੇਸ਼ਰ ਦਾ ਸੱਚਾ ਨਾਮ ਜਪਿਆ ਕਰ, ਤਾਂ ਤਰੀਬ ਵੀ ਬਾਹਰ ਵੀ ਜਿਹੜੇ ਕਲੇਸ਼ ਦੁੱਖ ਨੇ ਜੰਮਣ ਮਰਨ ਇਤਿਆਦਿਕ ਦੇ ਉਹ ਨਾਸ਼ ਹੋਣਗੇ। ਸਤਿਗੁਰ ਸੋ ਸਨਮੁਖ ਨਿਤ ਰਹੋ,
ਹਮੇਸ਼ਾ ਸਤਿਗੁਰੂ ਦੇ ਸਨਮੁਖ ਰਹਿਣਾ ਹੈ। ਸੇਵੋ ਸਿੱਖਨ ਕੋ ਸੁਖ ਲਹੋ। ਗੁਰੂ ਕੇ ਸਿੱਖਾਂ ਦੀ, ਗੁਰੂ ਨਾਨਕ ਦੇ ਪਾਤਸ਼ਾਹ ਦੇ ਬ੍ਰਹਮ ਗਿਆਨੀ ਸਾਧੂ ਸੰਤ ਗੁਰ ਸਿੱਖਾਂ ਦੀ ਸੇਵਾ ਕਰਨੀ ਤੇ ਸੁਖ ਪ੍ਰਾਪਤ ਕਰਨਾ ਹੈ। ਅੰਤਹਿ ਕਰਨ ਸੁਧ ਹੋਏ ਜਾਏ। ਇਹਦੇ ਨਾਲ ਜਿਹੜਾ ਅੰਤਸ਼ਕਰਨ ਹੈ ਉਹ ਸ਼ੁੱਧ ਪਵਿੱਤਰ ਹੋ ਜਾਂਦਾ ਹੈ। ਆਤਮ ਗਿਆਨ ਹਿਰਦੇ ਮਹਿ ਪਾਏ। ਜੋ ਆਤਮਿਕ ਗਿਆਨ ਹੈ, ਬ੍ਰਹਮ ਗਿਆਨਤਾ, ਜੋ ਇਸ ਗੱਲ ਦਾ ਗਿਆਨ ਕਿ ਬ੍ਰਹਮ ਅੰਦਰ ਵਸ ਰਿਹਾ, ਉਹਨੂੰ ਸਾਖਿਆਤ ਕਰਨਾ ਹੈ, ਇਹ ਗਿਆਨ ਹਿਰਦੇ ਵਿੱਚ ਪਾ ਲੈਂਦਾ ਹੈ। ਅੰਤ ਸਮੇਂ ਮਹਿ ਬੰਧ ਨਿਕੰਦ। ਤੇ ਅੰਤ ਦੇ ਸਮੇਂ ਵਿੱਚ ਜਿਹੜੇ ਬੰਧਨ ਹਨ ਉਹਨਾਂ ਨੂੰ ਕੱਟ ਕੇ ਮੁਕਤ ਹੋਏ ਕਰ ਲਹੋ ਆਨੰਦ। ਇਉਂ ਮੁਕਤ ਹੋ ਕਰਕੇ ਆਨੰਦ ਦੀ ਪ੍ਰਾਪਤੀ, ਆਨੰਦ ਮਿਲ ਜਾਵੇਗਾ। ਸਿਮਰਨ ਕਰਨ ਲੱਗਿਓ ਸਤਿਨਾਮੁ। ਭਾਈ ਮੰਝ ਪਰਮੇਸ਼ਰ ਨਾਮ, ਵਾਹਿਗੁਰੂ ਦਾ ਨਾਮ ਸਿਮਰਨ ਕਰਨ ਲੱਗਿਆ। ਕੇਤਕ ਦਿਵਸ ਮਹਿ ਪਹੁੰਚੇ ਧੰਮ। ਤੇ ਕੁਝ ਦਿਨਾਂ ਬਾਅਦ ਫਿਰ ਸਿੱਖੀ ਪ੍ਰਾਪਤ ਕਰਕੇ, ਨਾਮ ਦੀ ਦਾਤ ਪ੍ਰਾਪਤ ਕਰਕੇ ਭਾਈ ਮੰਝ ਆਪਣੇ ਘਰ ਪਹੁੰਚਿਆ ਹੈ। ਗੁਰ ਕੋ ਕਹਿਓ ਹੋਨ ਪੁਨ ਲਾਗਿਓ। ਤਾਂ ਹੁਣ ਉਹ ਪਰਚਾ ਪੈ ਗਿਆ। ਜੋ ਗੁਰੂ ਸਾਹਿਬ ਨੇ ਬਚਨ ਕਹੇ ਸੀ ਉਹ ਹੋਣ ਲੱਗ ਪਏ। ਸਰਬ ਸਮਾਨ ਨਾਸ ਹੋਇ ਭਾਗਿਓ। ਸਾਰਾ ਸਮਾਨ ਹੀ ਨਾਸ਼ ਹੋ ਗਿਆ, ਭਾਵ ਭਾਗਿਓ ਕਹੀਏ ਘਰੋਂ ਭੱਜ ਟੁੱਟ ਗਿਆ। ਇਸ ਤਰ੍ਹਾਂ ਵੀ ਉੱਥੋਂ ਦੇ ਗੁਰਮੁਖ ਪਿਆਰਿਆਂ ਨੇ ਦੱਸਿਆ ਵੀ ਇੱਕ ਵਾਰ ਅਸੀਂ ਉਸ ਸਥਾਨ ਤੇ ਦੀਵਾਨ ਲਾਉਣ ਗਏ ਸੀ ਕਿ ਇਹੋ ਜਿਹੇ ਵੀ ਹਾਲਾਤ ਹੋ ਗਏ, ਕਿਉਂਕਿ ਜਿਹੜੇ ਮੰਨਣ ਵਾਲੇ ਸੀ ਉਹ ਵਿਰੋਧ ਵਿੱਚ ਹੋ ਗਏ ਸੀ। ਤੂੰ ਸਿੱਖੀ ਧਾਰਨ ਕਰ ਲਈ ਹੈ, ਅਸੀਂ ਤੈਨੂੰ ਨਮਸਕਾਰਾਂ ਕਰਦੇ ਸੀ। ਇਹੋ ਜਿਹੇ ਫਿਰ ਉਹਨਾਂ ਨੇ, ਭਾਈ ਮੰਝ ਨੇ ਜਦੋਂ ਉਹ ਢਾਹ ਦਿੱਤੀ ਸੀ ਉਹਦੀ ਕਬਰ ਜੀ, ਇਕੱਠੇ ਹੋ ਕੇ ਲੋਕਾਂ ਨੇ ਇਹਦੇ ਪਸ਼ੂ ਮਾਲ ਡੰਗਰ ਵੀ ਖੋਲ ਕੇ ਲੈ ਗਏ ਸੀ। ਅਸੀਂ ਆਪ ਦਾ ਚੌਧਰੀ ਹੋਰ ਚੁਣਾਂਗੇ, ਆਓ ਕਰਾਂਗੇ। ਜਿਨ੍ਹਾਂ ਦਾ ਗੁਰਮੁਖੋ ਪਰਮੇਸ਼ਰ ਨਾਲ ਪ੍ਰੇਮ ਹੈ, ਫਿਰ ਉਹ ਇਹੋ ਜਿਹੀਆਂ ਚੌਧਰਾਂ ਨੂੰ ਠੋਕਰ ਮਾਰ ਦਿੰਦੇ ਆ। ਤੋ ਬਾਕੀ ਇਹ ਪਰਖ ਹੁੰਦੀ ਹੈ, ਪੇਪਰ ਐਸਾ ਇਹ ਉਹ ਕੋਈ ਪਸ਼ੂ ਦੀ ਮੌਤ ਹੋ ਜਾਣੀ, ਕਿਤੇ ਧਨ ਖਰਚ ਹੋ ਗਿਆ, ਕਿਤੇ ਕੋਈ ਚੋਰੀ ਹੋ ਗਈ ਚੀਜ਼, ਇਹੋ ਜਿਹਾ ਕੁਛ ਹੋਣਾ ਸ਼ੁਰੂ ਹੋ ਗਿਆ। ਗੁਰ ਕੋ ਕਹਿਓ ਹੋਣ ਪੁਨ ਲੱਗ। ਜੋ ਗੁਰੂ ਸਾਹਿਬ ਨੇ ਕਿਹਾ ਸੀ ਉਹ ਭਾਈ ਫਿਰ ਹੋਣ ਲੱਗ ਪਿਆ। ਸਰਬ ਸਮਾਨ ਨਾਸ਼ ਹੋਇ ਭਾਗਿਓ। ਟੁੱਟ ਭੱਜ ਗਿਆ, ਸਭ ਚਲਿਆ ਗਿਆ ਜੋ ਸਮਾਨਾ ਨਾਸ਼ ਹੋ ਕਰਕੇ। ਤੁਰੰਗ ਮਹਿਕ ਧਨ ਭਇਓ ਬਿਨਾਸਾ। ਤੁਰੰਗ ਮਹਿਕ ਧਨ, ਇਹਦਾ ਭਾਵ ਹੈ ਤੁਰੰਗ ਘੋੜੇ, ਮਹਿਕ ਮੱਝਾਂ, ਧਨ ਗਊਆਂ। ਘੋੜੇ ਕੀ ਗਊਆਂ ਮੱਝਾਂ ਬਹੁਤ ਸੀ, ਉਹ ਵੀ ਭਾਈ ਸਾਰਾ ਨਾਸ਼ ਹੋ ਗਿਆ। ਲੱਗੇ ਸ਼ਰੀਕ ਕਰਨ ਉਪਹਾਸਾ। ਜਿਹੜੇ ਸ਼ਰੀਕ ਸੀ ਹੁਣ ਉਹ ਮਖੌਲ ਕਰਨ ਲੱਗੇ ਹਨ। ਕਿਆ ਦੇਖ ਲਓ, ਗੁਰੂ ਦੀ ਸਿੱਖੀ ਧਾਰਨ ਕਰਕੇ ਨੂੰ ਕੀ ਮਿਲਿਆ। ਗ੍ਰਾਮ ਨਾਰ ਨਰ ਸਭ ਨੇ ਕਹਿਓ। ਨਗਰ ਦੇ ਜਿਹੜੇ ਮਾਈ ਭਾਈ ਹਨ, ਇਸਤਰੀ ਪੁਰਖ ਸਾਰੇ ਹੀ ਕਹਿੰਦੇ ਨੇ, ਪੀਰ ਮਾਰ ਤੇ ਸਭ ਕਿਛ ਦਹਿਓ। ਆ ਦੇਖੋ, ਇਹਨੂੰ ਪੀਰ ਦੀ ਮਾਰ ਪੈ ਗਈ, ਇਹਨੇ ਕਬਰ ਢਾਈ, ਉਹਨੇ ਸਾਰਾ ਕੁਝ ਇਹਦਾ ਸਾੜ ਦਿੱਤਾ। ਗੁਰ ਕੀ ਸਿੱਖੀ ਜਬ ਤੇ ਲੀਨ। ਪੀਰ ਨੂੰ ਮੰਨਦਾ ਸੀ, ਹੁਣ ਦੇਖੋ ਛੱਡ ਕੇ ਜਦੋਂ ਦੀ ਗੁਰੂ ਦੀ ਇਹਨੇ ਸਿੱਖੀ ਲੈ ਲਈ ਹੈ। ਤਬ ਤੇ ਹੋਏ ਉਹ ਸਭ ਕਿਛ ਛੀਨ। ਉਦੋਂ ਤੋਂ ਕਹਿੰਦੇ ਸਾਰਾ ਕੁਝ ਇਹਦਾ ਨਾਸ਼ ਹੋ ਗਿਆ। ਸਭ ਨੇ ਮਿਲ ਸੋ ਮੰਝ ਸਮਝਾਇਓ। ਸਾਰਿਆਂ ਨੇ ਮਿਲ ਕੇ ਭਾਈ ਮੰਝ ਨੂੰ ਸਮਝਾਇਆ, ਕਹਿਣਾ ਕੀਤਾ।
ਪੀਰ ਕੋਪ ਕਰ ਸਕਲ ਗਵਾਇਓ। ਆ ਦੇਖ ਤੇਰੇ ਤੇ ਪੀਰ ਦਾ ਕ੍ਰੋਧ ਹੋ ਗਿਆ। ਉਹ ਪੀਰ ਨੂੰ ਤੂੰ ਕਬਰ ਢਾਈ, ਉਹ ਕ੍ਰੋਧਵਾਨ ਹੋਇਆ, ਸਾਰਾ ਕੁਝ ਤੂੰ ਗਵਾ ਲਿਆ। ਪੀਰ ਨੂੰ ਵੀ ਆਪਦੇ ਤੇ ਕ੍ਰੋਧਵਾਨ ਕਰ ਲਿਆ। ਗੁਰ ਸਿੱਖੀ ਤਜ ਕਰ ਪੁਨ ਜੋਰ। ਕਹਿੰਦੇ ਦੇਖ ਗੁਰ ਸਿੱਖੀ ਛੱਡ ਦੇ ਹੁਣ ਵੀ, ਤੇ ਫਿਰ ਹੱਥ ਜੋੜ ਕੇ ਬਖਸ਼ੈ ਤੁਝ ਕੋ ਪੀਰ ਨਿਹੋਰ। ਦੁਆਰਾ ਕਬਰ ਬਣਾ ਲਾ, ਤੈਨੂੰ ਪੀਰ ਬਖਸ਼ ਦੇਵੇਗਾ। ਸੁਨਤ ਮੰਝ ਨੇ ਬਾਕ ਉਚਾਰੇ। ਤੇ ਹੁਣ ਆਪਾਂ ਇਹ ਹੈ ਸਿੱਖੀ, ਆਪਾਂ ਗੁਰਮੁਖੋ ਮਾੜਾ ਜਿਹਾ ਨੁਕਸਾਨ ਹੋ ਜੇ ਫਿਰ ਡਰ ਜਾਂਦੇ ਆ। ਜੇ ਕੋਈ ਐ ਹੋ ਜੇ ਲੈਂਕੀ ਪਤਾ ਨਹੀਂ ਮੰਨਤਾ ਨਹੀਂ ਹੋਈ ਤਾਂ ਇਹ ਹੋ ਗਿਆ। ਇਹ ਸਿੱਖੀ ਤਾਂ ਭਾਈ ਮੰਝ ਵਾਂਗੂ ਜੀਵਨ ਪਰਪੱਕਤਾ ਧਾਰ ਕੇ ਮਿਲਦੀ ਹੈ। ਸੁਨਤ ਮੰਝ ਨੇ ਬਾਕ ਉਚਾਰੇ। ਭਾਈ ਮੰਝ ਨੇ ਸੁਣ ਕੇ ਲੋਕਾਂ ਦੀਆਂ ਗੱਲਾਂ ਇਹ ਬਚਨ ਕਹੇ, ਮੈਂ ਸਿੱਖ ਭਾ ਅਬ ਸਤ ਗੁਰਦੁਆਰੇ। ਭਾਈ ਲੋਕੋ, ਮੈਂ ਹੁਣ ਗੁਰੂ ਦੇ ਦਰ ਦਾ ਸਿੱਖ ਹੋ ਗਿਆ ਹਾਂ। ਕੂਰ ਪਦਾਰਥ ਕਾਮ ਨ ਮੇਰੇ। ਇਹ ਜਿੰਨਾ ਕੁਝ ਸੀ ਪਦਾਰਥ, ਇਹ ਸਭ ਝੂਠੇ ਹੀ ਸੀ, ਮੇਰੇ ਕੋਈ ਕੰਮ ਨਹੀਂ। ਲੈਉ ਮੁਕਤ ਹੋਏ ਆਨੰਦ ਕਨੇਰੇ। ਮੈਂ ਤੇ ਹੁਣ ਮੁਕਤੀ ਦੀ ਪ੍ਰਾਪਤੀ ਕਰਨੀ ਹੈ। ਮੁਕਤੀ ਲੈ ਕਰਕੇ ਬਹੁਤਾ ਅੰਤਰੀਵ ਆਨੰਦ ਪ੍ਰਾਪਤ ਕਰਨਾ ਹੈ। ਗੁਰ ਤੇ ਹੀ ਅਬ ਸਭ ਕਿਛ ਹੋਈ। ਤੇ ਜਿੰਨਾ ਕੁਝ ਹੋਣਾ ਹੈ ਇਹ ਸਾਰਾ ਕੁਝ ਸਤਿਗੁਰੂ ਤੋਂ ਹੀ ਪ੍ਰਾਪਤ ਹੋਣਾ ਹੈ। ਪੀਰ ਮੀਰ ਸੇ ਕਾਮ ਨ ਕੋਈ। ਹੁਣ ਮੈਨੂੰ ਇਹੋ ਜਿਹੇ ਪੀਰਾਂ ਮੀਰਾਂ ਤੱਕ ਕੋਈ ਕੰਮ ਨਹੀਂ। ਪੰਜ ਗ੍ਰਾਮ ਕੋ ਸੁਨ ਸਭ ਜਾਨੀ। ਜਿਹੜੇ ਭਾਈ ਫਿਰ ਨਗਰਾਂ ਦੇ ਪੰਚ ਸਨ, ਚੌਧਰੀ ਮੁਖੀ, ਜਿਹੜੇ ਕੋਈ ਸਾਰਿਆਂ ਦਾ, ਇਹ ਹੁਣ ਮੁੱਖ ਇਲਾਕੇ ਦਾ ਸੀ, ਉਹਨਾਂ ਨੇ ਸਾਰਿਆਂ ਨੇ ਸੁਣ ਸਾਰਿਆਂ ਨੇ ਸੁਣ ਕੇ ਜਾਣਿਆ, ਮੰਝ ਮਹਾਮੂਰਖ ਅਗਿਆਨੀ। ਕਹਿੰਦੇ ਮੰਝ ਤਾਂ ਮਹਾਮੂਰਖ ਹੈ, ਅਗਿਆਨੀ ਹੈ। ਚੰਗਾ ਭਲਾ ਮੰਨਦਾ ਸੀ, ਸਭ ਕੁਝ ਸੀ, ਮੌਜ ਕਰਦਾ ਸੀ। ਆ ਹੁਣ ਦੇਖ ਲਓ ਹਾਲ ਕੀ ਹੋਇਆ, ਕੀ ਇਹਨੂੰ ਫਾਇਦਾ ਹੋਇਆ ਹੈ। ਗੁਰਮੁਖੋ, ਜਿਹੜੇ ਲੋਕ ਦੁਨਿਆਵੀ ਸਹੂਲਤਾਂ ਦੇਖਦੇ ਨੇ ਧਰਮ ਦੇ ਵਿੱਚ, ਉਹ ਕਦੇ ਵੀ ਧਰਮੀ ਨਹੀਂ ਹੋ ਸਕਦੇ। ਜਿਵੇਂ ਹੁਣ ਕਈ ਜਗ੍ਹਾ ਤੇ ਐਸਾ ਹੁੰਦਾ ਹੈ ਕਿ ਉਹ ਈਸਾਈ ਜੇ ਇਹ ਆਉਂਦੇ ਆ ਤੁਰੇ ਫਿਰਦੇ, ਪ੍ਰਚਾਰ ਦੁਨੀਆ ਮੂੰਹ ਚੱਕ ਕੇ ਉਧਰ ਨੂੰ ਤੁਰ ਪੈਂਦੀ ਹੈ, ਫਲਾਨੇ ਦੇ ਜੀ ਬਿਮਾਰੀ ਹਟ ਗਈ। ਤੇ ਇੱਥੇ ਤਾਂ ਸਿੱਖੀ ਸਦਕ ਵਾਸਤੇ ਇਹ ਕਿਹਾ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਦਕ ਨਾ ਜਾਵੇ। ਇਹ ਭਾਵੇਂ ਸਿਰ ਵੀ ਚਲਿਆ ਜਾਵੇ, ਸਿੱਖੀ ਨਹੀਂ ਮੈਂ ਛੱਡਣੀ। ਇਹ ਜੇ 4 ਦਿਨ ਕੋਈ ਰੋਗ ਨਹੀਂ ਹਟਿਆ, ਕਿਸੇ ਨੇ ਕਹਿਦਾ ਉਹ ਈਸਾਈਆਂ ਕੋਲੇ ਚਲੇ ਜਾ, ਉਧਰ ਨੂੰ ਮੂੰਹ ਚੱਕ ਕੇ ਤੁਰ ਪੈਣਾ ਹੈ। ਕਿਸੇ ਨੇ ਕਹਿਦਾ ਉੱਥੇ ਚਲਿਆ ਜਾ, ਉਧਰ ਨੂੰ ਤੁਰ ਪੈਣਾ ਹੈ। ਆਹ ਹਾਲ ਹੈ ਲੋਕਾਂ ਦਾ। ਤੇ ਫਿਰ ਦਾਅਵੇ ਕਰਨੇ ਆ ਸਾਡੇ ਵਰਗਾ ਸਿੱਖ ਕੋਈ ਨਹੀਂ ਹੈ। ਤੇ ਫਿਰ ਖੁਆਰੀਆਂ ਵੀ ਤਾਂ ਹੀ ਪੱਲੇ ਪੈਂਦੀਆਂ। ਮਹਾਰਾਜ ਦੇ ਦਰ ਨਾਲ ਜੁੜੇ ਰਹਾਂਗੇ, ਗੁਰੂ ਦੀ ਕਿਰਪਾ ਹੁੰਦੀ ਹੈ। ਜਾਂ ਲਾਲਚਾਂ ਦੇ ਉਹ ਫਲਾਣੇ ਨੇ ਜੀ ਸਾਨੂੰ 50,000 ਲੱਖ ਰੁਪਈਆ ਉਹਨਾਂ ਨੇ ਮਦਦ ਕਰਤੀ, ਸਾਡਾ ਕਾਰਜ ਸਵਾਰਤਾ ਹੀ, ਫਿਰ ਤਾਂ ਉੱਥੇ ਚਲੇ ਗਏ। ਇਹਦਾ ਮਤਲਬ ਤੇਰਾ ਧਰਮ ਕੋਈ ਨਹੀਂ, ਲੱਖ ਰੁਪਈਏ 'ਚ ਵਿਕ ਗਿਆ ਤੂੰ। ਇੰਨੀ ਕੀ ਇੱਜ਼ਤ ਹੈ ਇੱਥੇ। ਤੇ ਸਿੱਖੀ ਸਾਨੂੰ ਸਾਹਿਬਜ਼ਾਦਿਆਂ ਨੇ ਜਿਉਂ ਕੇ ਦੱਸੀ। ਨਵਾਬੀਆਂ ਮਿਲਦੀਆਂ ਸੀ, ਉਹ ਠੋਕਰਾਂ ਮਾਰੀਆਂ, ਤੇ ਚੰਗੇ ਡੋਲੇ ਮਿਲਦੇ ਸੀ, ਉਹ ਠੋਕਰਾਂ ਮਾਰੀਆਂ। ਵੱਡੇ ਮਹਿਲ ਮਿਲਦੇ ਸੀ, ਜਾਇਦਾਦਾਂ ਮਿਲਦੀਆਂ, ਸਭ ਕੁਝ ਠੋਕਰਾਂ ਮਾਰ ਕੇ ਸ਼ਹੀਦੀ ਦੇਤੀ। ਉਹ ਵੀ 7 ਤੇ 9 ਸਾਲ ਦੇ ਨੇ, ਜਿਨ੍ਹਾਂ ਦੇ ਇਹ ਵੀ ਸਾਹਮਣੇ ਲਾਲਚ ਦਿੱਤੇ, ਤੁਹਾਡੀ ਤਾਂ ਜ਼ਿੰਦਗੀ ਸਾਰੀ ਪਈ ਹੈ ਤੁਸੀਂ। ਪਰ ਉਹ ਕਹਿਣ ਲੱਗੇ ਸਿੱਖੀ ਸਭ ਤੋਂ ਸ੍ਰੇਸ਼ਟ ਹੈ, ਬਾਕੀ ਤਾਂ ਸਭ ਕੁਝ ਬਾਅਦ ਵਿੱਚ ਹੈ। ਤੋ ਇਸ ਕਰਕੇ
ਇਹ ਹੁਣ ਗੁਰੂ ਸਾਹਿਬ ਨੇ ਸਾਡੇ ਲਈ ਹੋਈ ਪੂਰਨੇ ਪਾਏ ਆ, ਤੇ ਫਿਰ ਅਸੀਂ ਖਹਿੜਾ ਛੁਡਾ ਲੈਨੇ ਆ। ਉਹ ਤਾਂ ਜੀ ਫਿਰ ਉਹ ਸੀ, ਅਸੀਂ ਤਾਂ ਕਲਯੁਗੀ ਜੀਵ ਹੈ, ਤੇ ਕਲਯੁਗੀ ਜੀਵਾਂ ਤੋਂ ਹੀ ਤਾਂ ਸਤਜੁਗੀ ਬਣਾਉਣ ਵਾਸਤੇ ਮਹਾਰਾਜ ਦੀ ਬਾਣੀ ਹੈ। ਜੇ ਹੁਣ ਕਲਯੁਗੀ ਜੀਵ ਹੀ ਰਹਿਣਾ, ਫਿਰ ਇੱਥੇ ਮਹਾਰਾਜ ਕੋਲੇ ਆਉਣ ਦਾ ਫਾਇਦਾ ਕੀ ਹੋਇਆ ਸਾਨੂੰ ਭਾਈ? ਤੇ ਮਹਾਰਾਜ ਨੇ ਤਾਂ ਸਾਨੂੰ ਬਣਾਉਣਾ, ਉੱਚੇ ਕਰਨਾ ਹੈ ਨਾ, ਪਰ ਅਸੀਂ ਚਲਾਕੀਆਂ ਨਾਲ ਫਿਰ ਬੜੇ ਗਿਆਨ ਦੀਆਂ ਆਪਦੇ ਵੱਲੋਂ ਗੱਲਾਂ ਕਰਦੇ ਆਂ। ਲੈ ਉਹਨਾਂ ਵਰਗਾ ਕਿਵੇਂ ਬਣ ਜੂ? ਠੀਕ ਆ, ਉਹਨਾਂ ਵਰਗੇ ਨਹੀਂ ਬਣ ਸਕਦਾ ਆਪਾਂ, ਪਰ ਉਹਨਾਂ ਨੇ ਸਾਡੇ ਲਈ ਹੋਈ ਤਾਂ ਜਿਉਂ ਕਿ ਦੱਸਿਆ ਨਾ, ਇਤਿਹਾਸ ਉਹਨਾਂ ਦਾ ਜੋ ਹੈ ਤਾਂ ਸਾਡੇ ਵਾਸਤੇ ਹੀ ਹੈ ਕਿ ਅਸੀਂ ਉਹਨੂੰ ਜੀਵਨ 'ਚ ਅਪਣਾਉਣਾ ਹੈ। ਇਹ ਗੱਲ ਕਹਿ ਕੇ ਖਹਿੜਾ ਨਹੀਂ ਛੁੱਟ ਸਕਦਾ ਵੀ ਉਹ ਜੀ ਉਹ ਕਰ ਗਏ, ਆਪਾਂ ਨਹੀਂ ਕਰ ਸਕਦੇ, ਤੇ ਫਿਰ ਆਪਾਂ ਇਹਦਾ ਮਤਲਬ ਆਪਾਂ ਗੁਰੂ ਵੱਲ ਆਉਣਾ ਹੀ ਨਹੀਂ ਹੈ। ਗੁਰੂ ਸਾਹਿਬ ਦੇ ਦਰ ਨਾਲ ਜੁੜ ਕਰਕੇ ਜ਼ਿੰਦਗੀ ਜਿਉਣੀ, ਇਹ ਸਾਡੇ ਲਈ ਇਤਿਹਾਸ ਜਿਹੜਾ ਹੁਣ ਕਥਾ ਆਪਾਂ ਸੁਣਦੇ ਆਂ, ਇਹ ਫਿਰ ਜੇ ਹੁਣ ਕੇਵਲ ਆਪਾਂ ਇਹ ਖਹਿੜਾ ਛਡਾ ਲਾਂਗੇ ਕਿ ਤਾਂ ਜੀ ਉਹ ਕਰ ਗਏ, ਫਿਰ ਇਹਦਾ ਸੁਣਨ ਦਾ ਵੀ ਕੋਈ ਮਤਲਬ ਨਹੀਂ ਹੈ, ਫਿਰ ਤਾਂ ਇਤਿਹਾਸ ਦਾ ਮਤਲਬ ਕੀ ਰਹਿ ਗਿਆ? ਫਿਰ ਤਾਂ ਉਹ ਕਰ ਗਏ ਗੱਲ ਖਤਮ ਹੋ ਗਈ। ਇਤਿਹਾਸ ਉਹਨਾਂ ਦਾ ਤਾਂ ਹੀ ਪੜ੍ਹਿਆ ਤੇ ਸੁਣਿਆ ਜਾਂਦਾ ਹੈ ਕਿ ਭਾਈ ਆਪਣੇ ਵਿੱਚ ਵੀ ਪਰਪੱਕਤਾ ਆਵੇ, ਹੋਰ ਤਾਂ ਕੋਈ ਫਿਰ ਇਤਿਹਾਸ ਦਾ ਮਤਲਬ ਨਹੀਂ ਨਾ। ਇਤਿਹਾਸ ਸੁਣ ਕਰਕੇ ਸਾਨੂੰ ਪਤਾ ਲੱਗਦਾ ਸਾਡੇ ਵਡੇਰਿਆਂ ਨੇ, ਗੁਰੂ ਕੇ ਸਿੱਖਾਂ ਨੇ ਕਿਹੋ ਜਿਹਾ ਜੀਵਨ ਜਿਉਇਆ, ਤੇ ਆਪਾਂ ਵੀ ਭਾਈ ਰੀਸ ਕਰੀਏ, ਆਪਾਂ ਵੀ ਚੱਲੀਏ, ਕਦਮ ਦਰ ਕਦਮ ਕੋਸ਼ਿਸ਼ ਕਰੀਏ, ਪੁੱਟੀਏ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰੀਏ ਵੀ ਮਹਾਰਾਜ ਬਾਂਹ ਫੜ ਕੇ ਤੂੰ ਖਿੱਚ ਲਾ ਸਾਨੂੰ, ਤੇ ਕਿਰਪਾ ਕਰ ਆਪਦੇ ਵੱਲ ਨੂੰ ਤੋਰ ਲੈ। ਤੇ ਮਹਾਰਾਜ ਕਹਿੰਦੇ ਫਿਰ ਪੁੱਟ ਕਦਮ, ਜੇ ਭਾਈ ਇੱਕ ਕਦਮ ਪੁੱਟ ਲਵਾਂਗੇ ਕਿੱਡੀ ਬਖਸ਼ਿਸ਼ ਹੈ। ਭਾਈ ਗੁਰਦਾਸ ਜੀ ਕਹਿੰਦੇ ਚਰਨ ਸ਼ਰਨ ਗੁਰ ਏਕ ਪਿੰਡਾ ਜਾਏ ਚੱਲ, ਸਤਿਗੁਰ ਕੋਟ ਪਿੰਡਾ ਅੱਗੇ ਹੋਏ ਲੇਤ ਹੈ। ਗੁਰੂ ਆਪੇ ਕਰੋੜਾਂ ਪੱਟ ਲੂ ਕਦਮ, ਤੂੰ ਇੱਕ ਪੱਟਣ ਵਾਲਾ ਬਣ। ਭਾਵ ਤੁਰਤਾ ਸਹੀ, ਫਿਰ ਮਹਾਰਾਜ ਬਾਂਹ ਫੜੂਗਾ ਜੇ ਕਦਮ ਤੇ ਮਗਰ ਨੂੰ ਖਿੱਚਦਾ ਹੈ। ਫਿਰ ਕਹਿੰਦਾ ਮਹਾਰਾਜ ਕਿਰਪਾ ਕਰ। ਮਹਾਰਾਜ ਕਹਿੰਦੇ ਇੱਕ ਕਦਮ ਮੇਰੇ ਵੱਲ ਨੂੰ ਆ, ਮੈਂ ਕਰੋੜਾਂ ਆਉਂ ਤੇਰੇ ਵੱਲ। ਤੇ ਉਹ ਇੱਕ ਕਦਮ ਹੀ ਪੁੱਟਣ ਨੂੰ ਤਿਆਰ ਨਹੀਂ, ਮਨ ਦੀਆਂ ਚਲਾਕੀਆਂ ਨਾਲ ਬਚਣ ਦੀ ਕੋਸ਼ਿਸ਼ ਕਰਦਾ ਹੈ। ਇਹ ਕੁਛ ਬਹੁਤ ਆਪਣੇ ਤੇ ਮਹਾਰਾਜ ਨਗਰ ਤੇ ਬੜੀ ਕਿਰਪਾ ਹੈ, ਪਰ ਜਦੋਂ ਕੋਈ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣੀ ਨੇ, ਫਲਾਣਾ ਸਾਈ ਬਣ ਗਿਆ, ਤੇ ਹੈ ਕੀ ਆ? ਪੁੱਛੋ ਵੀ ਕੁਰਬਾਨੀ ਕੀ ਹੈ? ਸਿੱਖੀ ਤੋਂ ਵੱਧ ਹੈ ਕਿਸੇ ਧਰਮ ਵਿੱਚ ਕੁਰਬਾਨੀਆਂ? ਕਿਤੇ ਨਹੀਂ ਮਿਲਣੀਆਂ। ਤਾਂ ਫਿਰ ਦੁਨਿਆਵੀ ਲਾਲਚਾਂ ਨੂੰ ਗਏ ਆ, ਹੋਰ ਕੁਛ ਨਹੀਂ। ਤੇ ਉਹ ਆ ਪਿੰਡਾਂ ਵਿੱਚ ਤੁਰੇ ਫਿਰਦੇ ਆ, 20-20, 30-30 ਬੱਚੇ ਬੱਚੀਆਂ ਟੋਲੇ ਜੇ ਬਣਾ ਕੇ, ਉਹਦੇ ਜੇ ਅਸੀਂ ਯਿਸੂ ਮਸੀਹ ਦੇ ਲੈ ਕੇ ਉਹ ਕਾਗਜ਼ ਜੇ ਛੋਟੀਆਂ ਕਿਤਾਬਾਂ ਜੀਆਂ ਧੱਕੇ ਨਾਲ ਹੀ ਪਿੰਡਾਂ 'ਚ ਵੰਡਦੇ ਤੁਰੇ ਫਿਰਦੇ ਆ। ਕਈ ਜਗ੍ਹਾ ਤੇ ਫਿਰ ਇਕੱਠ ਹੋ ਕੇ ਰੌਲਾ ਪਿਆ, ਕਹਿੰਦੇ ਜੀ ਅਸੀਂ ਤਾਂ ਪ੍ਰਚਾਰ ਕਰਨ ਨੂੰ, ਕਹਿੰਦੇ ਤੁਹਾਨੂੰ ਪ੍ਰਚਾਰ ਨੂੰ ਸੱਦਿਆ ਕਿਸੇ ਨੇ? ਤੁਸੀਂ ਜਾਓ ਜਿੱਥੇ ਨਗਰ ਵਾਲੇ ਤੁਹਾਨੂੰ ਸਪੈਸ਼ਲ ਸੱਦਣ। ਹੁਣ ਅਸੀਂ ਪ੍ਰਚਾਰ ਕਰਦੇ ਹਾਂ, ਧੱਕੇ ਨਾਲ ਹੀ ਤਾਂ ਨਹੀਂ ਕਿਸੇ ਦੇ ਪਿੰਡ ਜਾ ਕੇ ਗੁਰਦੁਆਰੇ ਸਪੀਕਰ ਲਾ ਕੇ ਬਹਿ ਜਾਾਂਗੇ, ਚਾਹੇ ਗੁਰੂ ਘਰ ਹੀ ਹੈ, ਸਿੱਖੀ ਬਣ ਹੈ। ਉਹ ਵੀ ਕਹਿਣਗੇ ਵੀ ਨਾ ਭਾਈ, ਜੇ ਅਸੀਂ ਸੱਦਾਂਗੇ ਤਾਂ ਆਇਓ, ਨਹੀਂ ਆਪਦੇ ਘਰ ਤੁਸੀਂ ਜਿੱਥੇ ਹੈਗੇ ਉੱਥੇ ਬੈਠੋ, ਕਥਾ ਕੀਰਤਨ ਕਰੋ ਆਪਦਾ, ਬਿਨਾਂ ਸੱਦੇ ਤੋਂ ਤਾਂ। ਤੇ ਉੱਥੇ ਹੁਣ ਕਈ ਪਿੰਡਾਂ ਵਿੱਚ ਸਾਈਆਂ, ਉਹ ਇੱਕ ਦੇ ਰੌਲਾ ਪਿਆ, ਉਹ ਕਹਿੰਦੇ ਵੀ ਸਾਡੇ ਨਗਰ ਦੱਸੋ ਸਾਈਆਂ ਦਾ ਘਰ ਹੈਗਾ ਕੋਈ ਜਿਹਨੇ ਤੁਹਾਨੂੰ ਸੱਦਿਆ ਪ੍ਰਚਾਰ ਲਈ? ਨਹੀਂ, ਉਹੀ ਧੱਕੇ ਨਾਲ ਹੀ। ਫਿਰ ਉਹ ਸਵਾਲ ਜਵਾਬ ਕਰੀ ਵੀ ਪੁੱਛਿਆ, ਜੀਵਾਤਮਾ ਹੈ ਜੋ ਇਹਦਾ ਪਰਮਾਤਮਾ ਨਾਲ ਮੇਲ ਹੋਣਾ, ਉਹਦੇ ਲਈ ਕੀ ਕਰਨਾ ਪਊ? ਕੱਖ ਨਹੀਂ ਗਿਆਨ, ਉਹ ਕੁਛ ਨਹੀਂ ਹੈ। ਆਹੀ ਗੱਲ ਉਹ ਜੀ ਯਿਸੂ ਮਸੀਹ ਪਰਮਾਤਮਾ ਦਾ ਪੁੱਤਰ ਹੈ, ਉਹ ਕਹਿੰਦੇ ਬਾਕੀ ਕਿਹਦੇ ਹੈ? ਇੱਕ ਹੀ ਰਹਿ ਗਿਆ, ਤੇ ਬਾਕੀ ਫਿਰ ਆ ਕਿੱਥੋਂ ਹੋਏ? ਸਾਰੇ ਹੀ ਪਰਮੇਸ਼ਰ ਦੇ ਪੁੱਤਰ ਹੈ, ਏਕ ਪਿਤਾ ਏਕ ਸਕੇ ਹਮ ਬਾਰਕ। ਉਹ ਕਹਿੰਦੇ ਨਹੀਂ, ਇਕੱਲਾ ਹੀ ਉਹ ਹੈ, ਇਕਲੌਤਾ ਪੁੱਤਰ ਹੈ, ਤੇ ਬਾਕੀ ਫਿਰ ਕਿਹਦੇ ਕਹਾਂਗੇ ਭਾਈ? ਇੱਥੇ ਤਾਂ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਪਰਮੇਸ਼ਰ ਗੁਰੂ ਸਾਡਾ ਪਿਓ ਵੀ ਹੈ, ਮਾਂ ਵੀ ਹੈ। ਤੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਜਦੋਂ ਅੰਮ੍ਰਿਤ ਛਕਾਇਆ ਜਾਂਦਾ, ਉਹ ਕਹਿੰਦੇ ਭਾਈ ਅੱਜ ਤੋਂ ਤੇਰਾ
ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰ। ਇਦੋਂ ਵੱਡੇ ਹੁਣ ਕੌਣ ਹੋ ਸਕਦੇ ਆ ਹੋਰ ਮਾਤਾ ਪਿਤਾ। ਫਿਰ ਭਾਈ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ, ਗੁਰੂ ਹੀ ਮਾਂ, ਗੁਰੂ ਪਿਤਾ। ਤੋ ਰਹੋ ਵਿਚਾਰ। ਇਹ ਜਿਹੜਾ ਹੈ ਨਾ, ਜਦੋਂ ਸਿੱਖੀ ਨੂੰ ਇਹ ਭਾਈ ਮੰਝ ਜੀ ਦੀ ਸਾਖੀ, ਇਹਦੇ ਵਿੱਚ ਥੋੜਾ ਜਿਹਾ ਵਿਸਥਾਰ ਤਾਂ ਕੀਤਾ, ਇਹਦੇ ਵਿੱਚ ਪਤਾ ਲੱਗਦਾ ਸਿੱਖੀ ਧਾਰਨ ਕਿਵੇਂ ਕਰਨੀ ਹੈ ਤੇ ਸਿੱਖੀ ਦਾ ਜਿਹਦੇ ਅੰਦਰ ਪ੍ਰੇਮ ਹੈ ਉਹਦੀ ਪਰਪੱਕਤਾ ਵੇਖੋ ਜੀਵਨ ਦੀ। ਵੱਡੇ ਤੋਂ ਵੱਡੇ ਨੁਕਸਾਨ ਹੋ ਗਏ, ਕੋਈ ਪਰਵਾਹ ਨਹੀਂ, ਪਰ ਗੁਰੂ ਦੇ ਦਰ ਵੱਲੋਂ ਮੁੱਖ ਨਹੀਂ ਮੋੜਿਆ ਹੈ। ਉਸ ਸਮੇਂ ਕਹਿਣ ਲੱਗੇ, ਦੇਖੋ ਇਹ 5 ਗ੍ਰਾਮ ਕੋ ਸੁਨ ਸਭ ਜਾਨੀ, ਮੰਝ ਮਹਾ ਮੂਰਖ ਅਗਿਆਨੀ। ਆ ਮੰਝ ਵੱਡਾ ਮੂਰਖ ਹੈ, ਅਗਿਆਨੀ ਹੈ। ਛੀਨ ਲੀਨ ਗ੍ਰਹਿ ਧਨ ਸਿਰਦਾਰੀ। ਇਹਦੇ ਗੁਰਮੁਖੋ ਘਰ ਖੋਹ ਲਿਆ, 5 ਇਕੱਠੇ ਹੋ ਕੇ ਫੈਸਲਾ ਕਰ ਲਿਆ। ਇਹਦਾ ਧਨ ਵੀ ਖੋਹ ਲਿਆ ਸਾਰਾ ਕੁਝ ਤੇ ਸਰਦਾਰੀ ਵੀ ਖੋਹ ਲਈ। ਸਰਬ ਸ਼ਰੀਕਨ ਦੀਨ ਨਿਕਾਰੀ। ਉਦੋਂ ਪਿੰਡਾਂ ਦੇ ਇਹੋ ਜਿਹੇ ਰਿਵਾਜ ਹੁੰਦੇ ਸੀ, ਲੋਕ ਇਕੱਠੇ ਹੋ ਕੇ ਨਗਰ ਵਿੱਚੋਂ ਕੱਢ ਦਿੰਦੇ ਹੁੰਦੇ ਸਨ। ਉਹ ਫੈਸਲਾ ਟੱਲ ਹੁੰਦਾ ਸੀ ਤੇ ਸਾਰੇ ਸ਼ਰੀਕਾਂ ਮਿਲ ਕੇ ਕੱਢ ਦਿੱਤਾ ਹੈ। ਲੈ ਕਰ ਨਿਜ ਪਤੀਵਰਤਾ ਸੁਧਾਰਾ। ਇਹ ਆਪਣੀ ਪਤੀਵਰਤਾ ਇਸਤਰੀ ਨੂੰ ਨਾਲ ਲੈ ਕੇ ਰਹਿਓ ਜਾਏ ਕਿਸ ਪੁਰੀ ਮਝਾਰਾ। ਭਾਈ ਮੰਝ ਕਿਸੇ ਹੋਰ ਨਗਰ ਵਿੱਚ ਜਾ ਕੇ ਰਿਹਾ। ਘਾਸ ਖੋਦ ਤਹਿ ਵੇਚਣ ਲੱਗਿਓ। ਦੇਖੋ ਕਿਤੇ ਕਿੰਨਾ ਜ਼ਮੀਨ ਜਾਇਦਾਦ, ਹੋਰ ਮਾਲ ਡੰਗਰ, ਘੋੜੇ, ਗਾਈਆਂ, ਮੱਝਾਂ, ਕੋਈ ਅੰਤ ਨਹੀਂ ਸੀ ਧਨ ਦਾ। ਕਿੱਥੇ ਇਹ ਗੱਲ ਆ ਗਈ ਕਿ ਘਾਹ ਖੋਤ ਕੇ ਵੇਚਣ ਲੱਗਿਆ ਹੈ। ਨਿਸ ਦਿਨ ਰਹਿ ਪ੍ਰੇਮ ਗੁਰ ਭਾਗਿਓ। ਪਰ ਰਾਤ ਦਿਨ ਗੁਰੂ ਦੇ ਪ੍ਰੇਮ ਵਿੱਚ ਰੰਗਿਆ ਹੈ। 4 ਭਾਗ ਕੱਚ ਲਿਆਏ ਨਿਕੇਤ। ਤੋ ਇਸ ਤਰ੍ਹਾਂ 4 ਭਾਗ ਜਿਹੜੇ ਹੈ ਕੱਚ ਲਿਆਏ ਨਿਕੇਤ। ਜਿਹੜਾ ਘਾਹ ਹੈ ਖੋਤ ਕੇ ਉਹਨਾਂ ਸਮਿਆਂ ਵਿੱਚ ਵੇਚਦੇ ਹੁੰਦੇ ਅਮੀਰਾਂ ਦੇ ਘਰਾਂ ਵਿੱਚ ਜਾ ਕੇ। 4 ਪੰਡਾਂ ਘਰ ਲਿਆਉਂਦਾ ਹੈ। 100 ਦੇਤ ਨੀਤ ਗੁਰ ਹੇਤ। 1 ਪੰਡ ਤਾਂ ਰੋਜ਼ ਜਿਹੜੀ ਹੈ ਗੁਰੂ ਦੇ ਨਿਮਿਤ ਦੇ ਦਿੰਦਾ। ਭਾਵ ਉਹ ਜਿਹੜਾ ਧਨ ਮਿਲਦਾ 1 ਪੰਡ ਦਾ, ਉਹ ਸਤਿਗੁਰੂ ਦੇ ਦਰ ਘਰ ਦੇ ਸੇਵਾ ਵਾਸਤੇ ਰੱਖਦਾ ਹੈ। 3 ਭਾਗ ਤੇ ਕਰੈ ਗੁਜ਼ਾਰਾ। ਤੇ 3 ਭਾਗਾਂ ਨਾਲ ਗੁਜ਼ਾਰਾ ਕਰਦਾ ਹੈ। ਨਿਤ ਪ੍ਰਤ ਆਸ ਪ੍ਰਕਾਰ ਪ੍ਰਣ ਧਾਰਾ। ਨਿਤਾ ਪ੍ਰਤੀ ਇਸ ਤਰ੍ਹਾਂ ਦਾ ਪਰਨ ਧਾਰਨ ਕੀਤਾ। ਕਹਿਓ ਬਤੀਤਨ ਕਰਿਓ ਬਤੀਤਨ ਕੇਤਕ ਕਾਲਾ। ਕੁਝ ਸਮਾਂ ਇਸ ਤਰ੍ਹਾਂ ਬਤੀਤ ਕੀਤਾ। ਸਿਮਰਿਓ ਤਬ ਸ੍ਰੀ ਗੁਰੂ ਕਿਰਪਾਲਾ। ਤਾਂ ਭਾਈ ਕਿਰਪਾਲੂ ਸਤਿਗੁਰੂ ਪਾਤਸ਼ਾਹ ਜੀ ਨੂੰ ਫਿਰ ਯਾਦ ਕੀਤਾ। ਇਹਦੇ ਦੋਨੇ ਅਰਥ ਹੋ ਸਕਦੇ ਆ। ਸਿਮਰਿਓ ਤਬ ਸ੍ਰੀ ਗੁਰੂ ਕਿਰਪਾਲਾ, ਤਦ ਫਿਰ ਇਧਰੋਂ ਗੁਰੂ ਕਿਰਪਾਲੂ ਸਤਿਗੁਰੂ ਜੀ ਨੇ ਭਾਈ ਮੰਝ ਨੂੰ ਯਾਦ ਕੀਤਾ। ਇਹ ਸਾਡਾ ਸਿੱਖ ਸੱਦੀਏ ਹੁਣ ਉਹਨੂੰ ਕੋਲ। ਭਾਈ ਮੰਝ ਨੇ ਸਤਿਗੁਰੂ ਨੂੰ। ਇਹ ਯਾਦ ਤਾਂ ਦੋਨੇ ਪਾਸੇ ਹੀ ਹੈ ਨਾ। ਇਧਰੋਂ ਭਾਈ ਮੰਝ ਦੀ ਅਰਦਾਸ, ਉਧਰੋਂ ਗੁਰੂ ਸਾਹਿਬ ਨੇ ਵੀ ਆਪਣੇ ਗੁਰਸਿੱਖ ਵੱਲ ਧਿਆਨ ਮਾਰਿਆ ਹੈ। ਏਕ ਮੇਵੜਾ ਗੁਰੂ ਬੁਲਾਇਓ। ਇੱਕ ਮੇਵੜਾ ਸਿੱਖ, ਮੇਵੜਾ ਹੁੰਦਾ ਸੀ ਕੋਈ ਵੀ ਹੁਕਮਨਾਮੇ ਲੈ ਕੇ ਜਾਣੇ ਜਾਂ ਗੁਰੂ ਮਹਾਰਾਜ ਦੇ ਦਰ ਤੇ ਅਰਦਾਸ ਕਰਨੀ ਕਿਸੇ, ਉਹਨੂੰ ਮੇਵੜਾ। ਉਹ ਸਿੱਖ ਨੂੰ ਕੋਲ ਸੱਦਿਆ ਹੈ। ਹੁਕਮਨਾਮ ਦੇ ਤਹਿ ਸਮਝਾਇਓ। ਹੁਕਮਨਾਮਾ ਲਿਖ ਕੇ ਦਿੱਤਾ ਤੇ ਉਸ ਸਿੱਖ ਨੂੰ ਸਮਝਾਇਆ ਹੈ। ਇੱਕ ਸਿੱਖ ਮੰਝ ਸੁਅਮ ਕੇ ਪੁਰ ਮਹਿ। ਭਾਈ ਸਾਡਾ ਇੱਕ ਸਿੱਖ ਹੈ ਜਿਹਦਾ ਨਾਂ ਭਾਈ ਮੰਝ ਹੈ, ਫਲਾਣੇ ਨਗਰ ਵਿੱਚ ਹੈ। ਬਿਪਤਾ ਪਰੀ ਨਹੀਂ ਕਛ ਘਰ ਮਹਿ। ਉਹਦੇ ਤੇ ਹੁਣ ਬਿਪਤਾ ਪਈ ਹੋਈ ਹੈ, ਉਸ ਦੇ ਘਰ ਵਿੱਚ ਨਹੀਂ ਕੁਝ ਹੈ।
ਅਬ ਜਾਬੋ ਤਿਸਕੇ ਤੁਮ ਪਾਸ। ਭਾਈ ਗੁਰ ਸਿੱਖਾ ਤੂੰ ਉਸ ਦੇ ਕੋਲ ਜਾ, ਹੁਕਮ ਨਾਮ ਤਿਸ ਦੇ ਬਹੁ ਖਾਸ। ਤੂੰ ਆਪ ਜਾ ਕੇ ਉਹਨੂੰ ਹੁਕਮਨਾਮਾ ਸਾਹਿਬ ਦੇਣਾ ਹੈ। ਸਤਿਗੁਰ ਆਇਸ ਤੇ ਮਗ ਚੱਲਿਓ। ਗੁਰੂ ਸਾਹਿਬ ਦੀ ਆਗਿਆ ਨਾਲ ਉਹ ਸਿੱਖ ਰਸਤੇ ਤੁਰ ਪਿਆ। ਆਏ ਪੁਰੀ ਮਹਿ ਮੰਝ ਸੋ ਮਿਲਿਓ। ਉਹ ਨਗਰ ਵਿੱਚ ਆ ਕੇ ਬਾਹਰ ਬਹਿਣਾ ਪੈ ਗਿਆ ਸੀ ਭਾਈ ਮੰਝ ਨੂੰ। ਭਾਈ ਮੰਝ ਨੂੰ ਆ ਕੇ ਮਿਲਿਆ ਹੈ। ਦੇਖਤ ਹੋਇਓ ਹਰਖ ਵਿਸਾਲਾ। ਭਾਈ ਮੰਝ ਨੇ ਵੇਖਿਆ ਗੁਰੂ ਸਾਹਿਬ ਦੇ ਦਰ ਤੋਂ ਗੁਰਸਿੱਖ ਆਇਆ, ਬਹੁਤ ਖੁਸ਼ ਹੋਇਆ ਵੇਖ ਕੇ। ਸਤਿਗੁਰ ਮੋਕੋ ਕੀਨ ਨਿਹਾਲਾ, ਕਿ ਗੁਰੂ ਸਾਹਿਬ ਨੇ ਮੇਰੇ ਕੋਲ ਤੈਨੂੰ ਭੇਜਿਆ। ਮੈਨੂੰ ਗੁਰੂ ਸਾਹਿਬ ਇਉਂ ਮਨ ਵਿੱਚ ਯਾਦ ਕਰੀ ਬੈਠੇ ਨੇ। ਗੁਰੂ ਸਾਹਿਬ ਨੇ ਤੇ ਮੈਨੂੰ ਨਿਹਾਲ ਕਰ ਦਿੱਤਾ ਹੈ। ਚੱਲੋ ਸਦਨ ਮਹਿ ਪਦ ਨਿਜ ਪਾਵੋ। ਚੱਲ ਭਾਈ ਘਰ ਦੇ ਅੰਦਰ ਆਪਣੇ ਚਰਨ ਪਾ ਗੁਰਸਿੱਖਾ। ਗੁਰੂ ਹੁਕਮ ਪੁਨ ਮੋਹਿ ਦਿਖਾਵੋ। ਫੇਰ ਆ ਜੋ ਗੁਰੂ ਸਾਹਿਬ ਨੇ ਹੁਕਮਨਾਮਾ ਭੇਜਿਆ ਉਹਦੇ ਦਰਸ਼ਨ ਕਰਵਾ। ਸਨਮਾਨਤ ਗ੍ਰਹਿ ਮੈਂ ਲੈ ਗਇਓ। ਸਨਮਾਨ ਜਿਹਾ ਕਰਕੇ ਜਿਹੜੀਆਂ ਕੁੱਲੀਆਂ ਜਿਹੀਆਂ ਪਾਈਆਂ ਸੀ ਆਪਣੇ ਘਰ ਵਿੱਚ ਲੈ ਗਿਆ ਹੈ। ਮੰਚ ਡਸਾਏ ਬਿਠਾਵਨ ਕਇਓ। ਮੰਜਾ ਢਾਹ ਤਾਂ ਭਾਈ ਮੰਝ ਨੇ ਤੇ ਉਸ ਗੁਰਸਿੱਖ ਨੂੰ ਬਿਠਾਉਣਾ ਕੀਤਾ। ਹੁਕਮ ਨਾਮ ਲੈ ਮਸਤਕ ਧਰਿਓ। ਹੁਕਮਨਾਮਾ ਲੈ ਕਰਕੇ ਆਪਣੇ ਮਸਤਕ ਨੂੰ ਲਾਇਆ, ਸੀਸ ਤੇ ਰੱਖਿਆ। ਬਹੁਰ ਖੋਲ ਦਰ ਕਰ ਦਰਸ਼ਨ ਕਰਿਓ। ਬਹੁਰ ਖੋਲ ਕਰ, ਫਿਰ ਭਾਈ ਖੋਲ ਕੇ ਹੁਕਮਨਾਮਾ ਸਾਹਿਬ ਦੇ ਦਰਸ਼ਨ ਕੀਤੇ ਐ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੀ, ਜੋ ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਹੈ, ਪੰਜਵੇਂ ਮਹੱਲੇ ਦੀ ਉਹ ਕਥਾ ਹੈ। ਭਾਈ ਮੰਝ ਪ੍ਰਸੰਗ ਵਰਣਨੰ ਨਾਮ ਪੰਚਮੋ ਮੰਦਰ ਹੈ। ਇਹ ਭਾਈ ਮੰਝ ਜੀ ਦਾ ਪ੍ਰਸੰਗ ਚੱਲ ਰਿਹਾ ਹੈ। ਪੰਜਵੇਂ ਘਰ ਦਾ ਇਹ ਪ੍ਰਸੰਗ ਇੱਥੇ ਤੱਕ ਦੋਹਰਾ। ਅੱਗੇ ਛਠੇ ਘਰ ਦਾ, ਛੇਵੇਂ ਘਰ ਦਾ ਪ੍ਰਸੰਗ ਦੱਸਦੇ ਹਨ। ਹੁਕਮ ਨਾਮ ਜੋ ਗੁਰ ਪਠਿਓ, ਮੰਝ ਪੜਿਓ ਮਨ ਲਾਏ। ਜੋ ਹੁਕਮਨਾਮਾ ਗੁਰੂ ਸਾਹਿਬ ਨੇ ਭੇਜਿਆ, ਭਾਈ ਮੰਝ ਨੇ ਮਨ ਲਾ ਕਰਕੇ ਉਸ ਨੂੰ ਪੜਿਆ ਹੈ। ਲਿਖਿਓ ਤਾਹੇ ਮਹਿ ਅਸ ਵਿਧੀ, ਗ੍ਰਹਿ ਤਜ ਹਮ ਟਹਿ ਗਿਆ। ਹੁਕਮਨਾਮੇ ਵਿੱਚ ਲਿਖਿਆ ਹੋਇਆ ਇਸ ਤਰੀਕੇ ਨਾਲ ਕਿ ਭਾਈ ਮੰਝ, ਹੁਣ ਭਾਈ ਘਰ ਛੱਡ ਕਰਕੇ ਸਾਡੇ ਕੋਲ ਆ ਜਾਵੋ। ਚੌਪਈ ਪੜਿਓ ਸੋ ਗੁਰ ਨੇ ਨਿਕਟ ਹਕਾਰਾ। ਪੜਿਆ ਸਤਿਗੁਰੂ ਨੇ ਕਿ ਸਾਨੂੰ ਕੋਲ ਸੱਦਿਆ ਹੈ। ਸਰਬ ਸੁਨਾਏ ਆਪਣੀ ਦਾਰਾ। ਆਪਣੀ ਘਰਵਾਲੀ ਨੂੰ ਸਾਰੀ ਗੱਲ ਦੱਸੀ। ਮੈਂ ਗੁਰ ਕੀ ਸੇਵਾ ਹਿਤ ਜਾਵੋਂ, ਕਿ ਮੈਂ ਗੁਰੂ ਮਹਾਰਾਜ ਦੀ ਸੇਵਾ ਲਈ ਚੱਲਿਆ ਹਾਂ। ਪਾਸ ਰਹੋ ਸਭ ਰੀਤ ਰਜਾਵੋਂ। ਸਤਿਗੁਰੂ ਜੀ ਦੇ ਕੋਲ ਰਹਾਂਗਾ, ਸਭ ਰੀਤਾਂ ਕਰਕੇ ਸਤਿਗੁਰੂ ਨੂੰ ਪ੍ਰਸੰਨ ਕਰਾਂਗਾ। ਹੋਏ ਕਿਰਪਾਲ ਨਿਹਾਲ ਕਰਾਂਗੇ। ਗੁਰੂ ਸਾਹਿਬ ਕਿਰਪਾਲੂ ਹੋ ਕੇ ਮੈਨੂੰ ਨਿਹਾਲ ਕਰਨਗੇ। ਤਬ ਹਮ ਤੁਮ ਸੋ ਮੇਲ ਬਣਾਂਗੇ। ਤਦ ਫਿਰ ਆਪਣਾ ਮੇਲ ਬਣੂ, ਮੈਂ ਤੈਨੂੰ ਵੀ ਸੱਦ ਲਵਾਂਗਾ। ਅਸ ਕਹਿ ਤਬ ਮਗ ਮਹਿ ਪਗ ਪਾਵਾ। ਇਹ ਕਹਿ ਕੇ ਭਾਈ ਮੰਝ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਰਸਤੇ ਮਾਰਗ ਤੇ ਆਪਣਾ ਪੈਰ ਪਾਇਆ ਹੈ। ਸੰਗ ਮੇਵੜਾ ਗੁਰਪੁਰ ਆਵਾ। ਮੇਵੜੇ ਸਿੱਖ ਦੇ ਨਾਲ ਗੁਰਪੁਰੀ ਪਹੁੰਚ ਗਿਆ ਹੈ। ਗੁਰ ਦਰਸਿਓ ਪਗ ਸੀਸ ਨਿਵਾਇਬ। ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਚਰਨਾਂ ਤੇ ਸੀਸ ਨਿਵਾਇਆ। ਸਤਿਗੁਰ ਨਿਜ ਰੁਖ ਨਹੀਂ ਜਨਾਇਬ।
ਤੇ ਗੁਰੂ ਨੇ ਕੋਈ ਆਪਣੇ ਵੱਲੋਂ ਬਹੁਤਾ ਤਰਫਦਾਰੀ ਰੁੱਖ ਜਾਂ ਜਨਾਇਆ ਨਹੀਂ। ਇਹ ਨਹੀਂ ਕਿ ਮਹਾਰਾਜ ਨੇ, ਕਿਉਂਕਿ ਇਹ ਵੀ ਪੇਪਰ ਹੈ, ਹਜੇ ਤਾਂ ਪੈਣੇ ਨੇ ਪੇਪਰ। ਗੁਰੂ ਸਾਹਿਬ ਨੇ ਇਉਂ ਜਿਵੇਂ ਆਇਆ ਕੋਈ ਠੀਕ ਹੈ, ਬਹੁਤਾ ਜਿਵੇਂ ਅੰਤਰੀਵ ਤੇ ਗੁਰੂ ਦਾ ਪਿਆਰ ਹੈ, ਪਰ ਉੱਪਰੋਂ ਸਤਿਗੁਰੂ ਨੇ ਪੇਪਰ ਪਾਇਆ ਕਿ ਬਹੁਤਾ ਧਿਆਨ ਨਹੀਂ ਦਿੱਤਾ। ਔਰ ਸਾਥ ਕਹਿ ਸੇਵਾ ਲਾਇਓ, ਆ ਹੋਰਾਂ ਦੇ ਨਾਲ ਕਹਿਤਾ ਭਾਈ ਆ ਸੰਗਤਾਂ ਸੇਵਾ ਕਰਦੀਆਂ ਤੂੰ ਵੀ ਕਰ। ਭਇਓ ਪ੍ਰਸੰਨ ਗੁਰੂ ਜਿਸ ਭਾਇਓ, ਤੇ ਇਉਂ ਭਾਈ ਮੰਝ ਪ੍ਰਸੰਨ ਹੋ ਗਿਆ ਕਿ ਗੁਰੂ ਨੇ ਬਚਨ ਤਾਂ ਕੀਤਾ ਸੇਵਾ ਦਾ, ਜੋ ਗੁਰੂ ਨੂੰ ਭਾ ਗਿਆ ਹੈ। ਵਹਿਰ ਜਾਏ ਨਿਤ ਈਦਨ ਆਨੈ, ਬਾਹਰ ਜਾਂਦਾ ਰੋਜ਼ ਲੱਕੜਾਂ ਇਕੱਠੀਆਂ ਕਰਕੇ ਲਿਆਉਂਦਾ। ਸੁਸਕ ਭਾਰ ਭਾਰੀ ਤਿਸ ਥੰਨੈ, ਸੁੱਕੀਆਂ ਲੱਕੜਾਂ ਚੁਗ ਚੁਗ ਕੇ ਜੰਗਲ ਵਿੱਚੋਂ ਜਿੱਥੋਂ ਜਿੱਥੋਂ ਹੁੰਦੀਆਂ, ਤੇ ਵੱਡਾ ਭਾਰ ਭਾਰੀ ਉਹਦਾ ਪੰਡ ਬੰਨ੍ਹ ਲੈਂਦਾ ਲਿਆਉਂਦਾ ਹੈ। ਗੁਰ ਲੰਗਰ ਮਹਿ ਦੇਵਹਿ ਆਨ, ਤੇ ਗੁਰੂ ਕੇ ਲੰਗਰ ਵਿੱਚ ਲਿਆ ਕੇ ਲੱਕੜਾਂ ਦਿੰਦਾ ਹੈ। ਭੋਜਨ ਖਾਏ ਕਰੈ ਗੁਜਰਾਨ, ਪ੍ਰਸ਼ਾਦਾ ਪਾਣੀ ਛਕ ਲੈਂਦਾ ਹੈ, ਗੁਜ਼ਾਰਾ ਕਰਦਾ ਹੈ। ਪ੍ਰੇਮ ਲਗਨ ਮਹਿ ਨਿਤ ਰਹਿ ਮਗਨ, ਤੋ ਪ੍ਰੇਮ ਤੇ ਲਗਨ ਵਿੱਚ ਹਮੇਸ਼ਾ ਮਗਨ ਰਹਿੰਦਾ ਹੈ। ਹਿਰਦੈ ਵਿਕਾਰ ਕਰੇ ਸਭ ਭਗਨ, ਹਿਰਦੇ ਦੇ ਸਾਰੇ ਵਿਕਾਰਾਂ ਨੂੰ ਭਗਾ ਦਿੱਤਾ, ਨਾਸ਼ ਕੀਤਾ ਹੈ। ਏਤਕ ਦਿਵਸ ਬਤੀਤੇ ਜਬੈ, ਇਉਂ ਸੇਵਾ ਕਰਦੇ ਨੂੰ ਜਦੋਂ ਕੁਝ ਦਿਨ ਬੀਤ ਗਏ। ਅੰਤਰਯਾਮੀ ਬੁੱਝੋ ਤਬੈ, ਤਾਂ ਅੰਤਰਜਾਮੀ ਗੁਰੂ ਸਾਹਿਬ ਨੇ ਲਾਂਗਰੀ ਗੁਰਸਿੱਖ ਨੂੰ ਪੁੱਛਿਆ ਹੈ। ਮੰਝ ਸਿੱਖ ਇਸ ਥਲ ਜੋ ਆਵਾ, ਭਾਈ ਜੋ ਭਾਈ ਮੰਝ ਨਾਂ ਦਾ ਸਿੱਖ ਇਸ ਸਥਾਨ ਤੇ ਇਸ ਜਗ੍ਹਾ ਆਇਆ ਹੈ। ਕਿਆ ਸੋ ਕਰੈ ਕਹਾਂ ਸੋ ਖਾਵਾ, ਉਹ ਭਾਈ ਦੱਸੋ ਕੀ ਕਰਦਾ ਤੇ ਛਕਦਾ ਕਿੱਥੋਂ ਹੈ। ਇੱਕ ਸਿੱਖ ਨੇ ਬਿਰਤੰਤ ਸੁਨਾਇਓ, ਇੱਕ ਸਿੱਖ ਨੇ ਇਹ ਬਿਰਤਾਂਤ ਸਾਰਾ ਦੱਸਿਆ। ਜਬ ਕੋ ਇਹਾਂ ਸਿੱਖ ਸੋ ਆਇਓ, ਕਿ ਮਹਾਰਾਜ ਜਦੋਂ ਦਾ ਉਹ ਸਿੱਖ ਇੱਥੇ ਆਇਆ ਹੈ। ਈਧਨ ਕੋ ਸਕੇਲ ਬਹੁ ਲਿਆਵੈ, ਉਹ ਮਹਾਰਾਜ ਬਹੁਤ ਲੱਕੜਾਂ ਸੁੱਕੀਆਂ ਜੰਗਲ ਵਿੱਚੋਂ ਇਕੱਠੀਆਂ ਕਰਕੇ ਲਿਆਉਂਦਾ ਹੈ। ਲੰਗਰ ਤੇ ਭੋਜਨ ਸੋ ਖਾਵਹਿ, ਤੇ ਪ੍ਰਸ਼ਾਦਾ ਮਹਾਰਾਜ ਲੰਗਰ ਵਿੱਚੋਂ ਛਕਦਾ ਹੈ। ਭਇਓ ਹੁਕਮ ਸੇਵਾ ਮਹਿ ਖਾਮੀ, ਤਾਂ ਹੁਕਮ ਹੋ ਗਿਆ ਕਹਿੰਦੇ ਭਾਈ ਸੇਵਾ ਦੇ ਵਿੱਚ ਅਜੇ ਖਾਮੀ ਹੈ, ਘਾਟ ਹੈ। ਕਰਤ ਬਿਗਾਰਨ ਆਪਣੋ ਕਾਮੀ, ਉਹ ਤਾਂ ਆਪਦਾ ਕਾਰਜ ਫਿਰ ਵਿਗਾੜ ਰਿਹਾ ਹੈ। ਅਚੈ ਆਹਾਰ ਮਜੂਰੀ ਹੋਏ, ਇਹ ਤਾਂ ਫਿਰ ਮਜ਼ਦੂਰੀ ਹੋਈ। ਮਹਾਰਾਜ ਕਹਿੰਦੇ ਕਿ ਪ੍ਰਸ਼ਾਦਾ ਛਕ ਲੈਂਦਾ, ਉਨੀ ਕਿ ਸੇਵਾ ਕਰ ਦਿੰਦਾ, ਪ੍ਰਸ਼ਾਦੇ ਨਹੀਂ ਤਾਂ ਮਜ਼ਦੂਰੀ ਹੋ ਗਈ ਨਾ। ਕੋ ਵਿਸ਼ੇਸ਼ਤਾ ਇਸ ਤੇ ਜੋਏ, ਇਹ ਤੇ ਫਿਰ ਕਹਿੰਦੇ ਦੱਸੋ ਕੀ ਵਿਸ਼ੇਸ਼ਤਾ ਹੋਈ। ਕਹੂੰ ਅਪਰ ਤੇ ਭੋਜਨ ਖਾਏ, ਮਹਾਰਾਜ ਕਹਿੰਦੇ ਜਾਂ ਤੇ ਹੋਰ ਭਾਈ ਆਪਣੇ ਤੌਰ ਆਪਣਾ ਹੋਰੋ ਜਗ੍ਹਾ ਤੋਂ ਭੋਜਨ ਛਕੇ। ਗੁਰ ਲੰਗਰ ਕੀ ਸੇਵ ਕਮਾਏ, ਤੇ ਗੁਰੂ ਕੇ ਲੰਗਰ ਦੀ ਉਹ ਸੇਵਾ ਕਰੇ। ਜਿਤੋ ਆਹਾਰ ਕਹੂੰ ਤੇ ਪਾਵਹਿ, ਤੇ ਜਿੰਨਾ ਵੀ ਜਿਹੜਾ ਭੋਜਨ ਹੈ ਆਹਾਰ ਉਹ ਕਿਸੇ ਜਗ੍ਹਾ ਤੋਂ ਪਾਵੇ। ਦੇਹ ਅਪਰ ਕੋ ਲਗ ਨਿਜ ਖਾਵੇ, ਤਾਂ ਉਹਨਾਂ ਕਹਿੰਦੇ ਭਾਈ ਫਿਰ ਜਿੱਥੋਂ ਖਾਂਦਾ ਉਹਨਾਂ ਉਹਨੂੰ ਦੇਵੇ, ਤੇ ਥੋੜਾ ਕਹਿੰਦੇ ਆਪਣੇ ਲਈ ਖਾਵੇ, ਉਹਨੂੰ ਬਹੁਤਾ ਦੇਣਾ ਚਾਹੀਦਾ ਹੈ। ਸਿੱਖ ਨੇ ਤਿਸਹਿ ਹਟਾਇਓ ਤੈਸੀ, ਭਾਈ ਮੰਝ ਨੇ ਪੁੱਛਿਆ ਜੀ ਕੀ ਕਿਹਾ ਮਹਾਰਾਜ ਨੇ। ਸਿੱਖ ਨੇ ਦੱਸਤਾ ਕਿ ਮਹਾਰਾਜ ਪੁੱਛਦੇ ਸੀ ਕੀ ਕਰਦਾ, ਉਹ ਮੈਂ ਦੱਸਿਆ ਮਹਾਰਾਜ ਲੱਕੜਾਂ ਲਿਆਉਂਦਾ, ਪ੍ਰਸ਼ਾਦਾ ਪਾਣੀ ਛਕ ਲੈਂਦਾ। ਵੀ ਮਹਾਰਾਜ ਕਹਿੰਦੇ ਫਿਰ ਮਜ਼ਦੂਰੀ ਕਰਦਾ, ਸੇਵਾ ਤਾਂ ਨਹੀਂ ਕਰਦਾ ਹੈ। ਇਹ ਗੱਲ ਪਰਚਾ ਸੀ,
ਜਦੋਂ ਸਾਰੀ ਗੱਲ ਉਵੇਂ ਦੱਸ ਦਿੱਤੀ ਤੇ ਸਿੱਖ ਨੇ ਤਿਸੇ ਹਟਾਇਓ ਤੈਸੇ। ਉਸੇ ਤਰ੍ਹਾਂ ਫਿਰ ਉਹਨੂੰ ਵਰਜਿਆ ਵੀ ਮਹਾਰਾਜ ਤਾਂ ਇਉਂ ਕਹਿੰਦੇ ਹਨ, ਕਰਨ ਲੱਗਿਓ ਤਿਮ ਕਹਿ ਗੁਰ ਜੈਸੇ। ਹੁਣ ਭਾਈ ਮੰਝ ਜਿਵੇਂ ਸਤਿਗੁਰਾਂ ਕਿਹਾ ਉਸ ਤਰ੍ਹਾਂ ਕਰਨ ਲੱਗਿਆ। ਭਾਰ ਜੁਗਲ ਜੰਗਲ ਤੇ ਲਿਆਵੇ। 2 ਭਾਰ 2 ਪੰਡਾਂ ਜੰਗਲ ਵਿੱਚੋਂ ਲੱਕੜਾਂ ਦੀਆਂ ਲਿਆਉਂਦਾ ਹੈ। ਇੱਕ ਵੇਚੈ ਤਿਸ ਭੋਜਨ ਲਿਆਵੇ। ਇੱਕ ਲੱਕੜਾਂ ਦੀ ਪੰਡ ਲੰਗਰ ਵਿੱਚ, ਇੱਕ ਪੰਡ ਵੇਚਦਾ ਤੇ ਉਹਦਾ ਭੋਜਨ ਲਿਆਉਂਦਾ ਹੈ। ਛਕੈ ਆਪ ਕਛ ਲੰਗਰ ਪਾਵੇ। ਜਿਹੜੀ ਕੁਝ ਰਸਤ ਲਿਆਉਂਦਾ ਹੈ, ਕੁਝ ਉਹਦੇ ਵਿੱਚੋਂ ਛਕ ਕੇ ਕੁਝ ਲੰਗਰ ਵਿੱਚ ਪਾ ਦਿੰਦਾ ਹੈ। ਦੂਸਰ ਭਾਰ ਦੇਗ ਥਲ ਲਿਆਵੇ। ਦੂਜਾ ਜਿਹੜਾ ਹੈ ਪੰਡ ਉਹ ਭਾਈ ਲੰਗਰ ਵਾਲੀ ਜਗ੍ਹਾ ਲਿਆਉਂਦਾ ਹੈ। ਇਸ ਪ੍ਰਕਾਰ ਬਹੁ ਸਮਾਂ ਬਿਤਾਨਾ। ਇਸ ਤਰ੍ਹਾਂ ਫੇਰ ਇਹਨੂੰ ਸੇਵਾ ਕਰਦੇ ਨੂੰ ਬਹੁਤ ਸਮਾਂ ਬੀਤਿਆ ਹੈ। ਗੁਰੂ ਪ੍ਰੇਮ ਮਹਿ ਆਤਮ ਸਤਾਨਾ। ਤੇ ਗੁਰੂ ਦੇ ਪ੍ਰੇਮ ਵਿੱਚ ਬਹੁਤ ਮਸਤ ਹੋਇਆ ਹੈ। ਇੱਕ ਦਿਨ ਬਹਿਰ ਗਇਓ ਹਿਤ ਧਾਰ। ਇੱਕ ਦਿਨ ਪ੍ਰੇਮ ਧਾਰ ਕੇ ਇਹ ਜੰਗਲ ਵਿੱਚ ਗਿਆ ਬਾਹਰ। ਬੀਨ ਬੀਨ ਕਰ ਬੰਧਿਓ ਭਾਰ। ਜਗ੍ਹਾ ਜਗ੍ਹਾ ਤੋਂ ਲੱਕੜਾਂ ਇਕੱਠੀਆਂ ਕਰਕੇ ਛੋਟੀਆਂ ਸਿਟੀਆਂ ਜੋ ਸੁੱਕਾ ਸੀ ਵੱਡੀ ਪੰਨ ਬੰਨ ਲਈ ਹੈ। ਨਹਿ ਪਹੁੰਚਿਓ ਉਠਵਾਵਨ ਵਾਰੂ। ਕੁਦਰਤੀ ਪੰਡ ਵੱਡੀ ਸੀ, ਡੀਕਦਾ ਰਿਹਾ ਕੋਈ ਆਊ। ਲੰਘ ਲਾਹੀ ਪਾਂਦੀ ਜਾਂ ਕੋਈ ਉਠਾਉਣ ਵਾਲਾ ਚੁਕਵਾਉਣ ਵਾਲਾ ਇਹਦੇ ਕੋਲ ਨਾ ਪਹੁੰਚਿਆ। ਘਟੀ 4 ਵੱਧ ਲੱਗੀ ਅਵਾਰੂ। ਤਾਂ ਉਸ ਸਮੇਂ ਇਹਨੂੰ ਹੋਰ ਬਹੁਤਾ 4 ਘੜੀਆਂ ਜ਼ਿਆਦੇ ਸਮਾਂ ਲੱਗ ਗਿਆ। ਸਿਰ ਪਰ ਜਬ ਪੁਰ ਕੋ ਗਵਨਾ। ਹੌਲੀ ਹੌਲੀ ਫਿਰ ਇਹਨੇ ਉਦਮ ਕਰਕੇ ਔਖੇ ਸੌਖੇ ਉਹ ਪੰਡ ਚੁੱਕ ਲਈ ਤੇ ਸਿਰ ਤੇ ਧਰ ਕੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਚੱਲਿਆ। ਉੱਠੀ ਅੰਧੇਰੀ ਭੀਖਨ ਪਵਨਾ। ਬਹੁਤ ਭਿਆਨਕ ਹਵਾ ਹਨੇਰੀ ਉੱਠ ਪਈ ਹੈ। ਕੰਕਰ ਸਿਕਤਾ ਖੈਂਚਤ ਬਹਿਉ। ਫਿਰ ਕੰਕਰ ਨਿੱਕੇ ਨਿੱਕੇ ਸਿਕਤਾ ਕੀ ਰੇਤਾ ਇਹੋ ਜਿਹਾ ਕੁਝ ਸਾਰਾ ਬਹੁਤ ਹਨੇਰੀ ਖਿੱਚ ਕੇ ਭਾਵ ਉਡਾ ਰਹੀ ਹੈ। ਅੰਧਕਾਰ ਕਛ ਜਾਏ ਨ ਲਹਿਉ। ਐਸਾ ਹਨੇਰਾ ਹੋ ਗਿਆ। ਅੰਧਕਾਰ ਕਛ ਭਾਵ ਇੰਨਾ ਵੱਡਾ ਹਨੇਰਾ ਕਿ ਕੁਝ ਵੀ ਉੱਥੇ ਦਿਸਦਾ ਨਹੀਂ ਹੈ। ਸਨਮੁਖ ਪੌਣ ਹਟਾਏ ਪਿਛਾਰੀ। ਫਿਰ ਹਵਾ ਵੀ ਸਾਹਮਣੇ ਚੱਲਦੀ ਹੈ। ਸਿਰ ਤੇ ਪੰਡ ਹੈ, ਹਵਾ ਪਿੱਛੇ ਨੂੰ ਧੱਕਦੀ ਹੈ। ਭਾਰ ਸੰਭਾਰਤ ਗਮਹਿ ਅਗਾਰੀ। ਭਾਰ ਨੂੰ ਸੰਭਾਲਦਾ ਹੋਇਆ ਅੱਗੇ ਨੂੰ ਚੱਲ ਰਿਹਾ ਹੈ। ਧੂਲ ਅਧਕ ਅੰਖਨ ਮਹਿ ਛਾਈ। ਬਹੁਤ ਧੂੜ ਦੀਆਂ ਅੱਖਾਂ ਵਿੱਚ ਪੈ ਗਈ ਹੈ। ਚੱਲਿਓ ਆਏ ਬੜ ਸੰਕਟ ਪਾਈ। ਇਹ ਬੜਾ ਦੁੱਖ ਜਿਹਾ ਪਾ ਕੇ ਅੱਗੇ ਨੂੰ ਚੱਲਿਆ ਆ ਰਿਹਾ ਹੈ। ਖੋਤੋ ਕੂਪ ਥੋਰੋ ਜਹ ਪਾਨੀ। ਇੱਕ ਖੂਹ ਸੀ ਜਿਹਦੇ ਵਿੱਚ ਥੋੜਾ ਪਾਣੀ ਸੀ। ਬਹੁਤ ਸੁੰਦਰ ਗੁਰੂ ਮਹਾਰਾਜ ਗੁਰਦੁਆਰਾ ਸਾਹਿਬ ਬਣਿਆ। ਭਾਈ ਮੰਝ ਦਾ ਸਥਾਨ ਹੈ ਸੁਲਤਾਨ ਪਿੰਡ ਵਾਲੇ ਪਾਸੇ। ਤੋ ਖੂਹ ਹੈ, ਉਹਦੇ ਵਿੱਚ ਪਾਣੀ ਥੋੜਾ ਸੀ। ਭਇਓ ਤਿਮਰ ਕਛ ਪਰੀਏ ਨਾ ਜਾਨੀ। ਤੇ ਹਨੇਰਾ ਹੋਣ ਕਰਕੇ ਇਹਨੂੰ ਕੁਝ ਪਤਾ ਨਾ ਲੱਗਿਆ। ਗਿਰਿਓ ਮੰਝ ਤਿਸ ਕੇ ਵਿੱਚ ਜਾਏ। ਭਾਈ ਮੰਝ ਉਸ ਖੂਹ ਵਿੱਚ ਜਾ ਡਿੱਗਿਆ ਹੈ। ਸਿਰ ਪਰ ਕਾਸਟ ਅਧਿਕ ਤਰਾਏ। ਸਿਰ ਦੇ ਉੱਤੇ ਵੱਡਾ ਭਾਈ ਲੱਕੜਾਂ ਦੀ ਪੰਡ ਧਰੀ ਹੈ। ਭਾਰ ਸੰਭਾਰਿਓ ਸਿਰ ਪਰ ਰੱਖਿਓ। ਤੇ ਹੁਣ ਐਡੀ ਸੁਚੇਤਤਾ ਹੈ। ਵਿੱਚ ਡਿੱਗਦਿਆਂ ਵੀ ਪੰਡ ਨਹੀਂ ਡਿੱਗਣ ਦਿੱਤੀ। ਭਾਰ ਸੰਭਾਲਦਿਆਂ ਪੰਡ ਨੂੰ ਸੰਭਾਲ ਕੇ ਇਹਨੇ ਸਿਰ ਦੇ ਉੱਤੇ ਹੀ ਰੱਖਿਆ। ਭੀਜ ਨ ਜਾਏ ਨੀਰ ਤੇ ਰੱਖਿਓ। ਇਸ ਕਰਕੇ ਕਿ ਕਿਤੇ ਥੱਲੇ ਡਿੱਗ ਕੇ ਪੰਡ ਲੱਕੜਾਂ ਭਿੱਜ ਨਾ ਜਾਣ।
ਉਹ ਪਾਣੀ ਤੋਂ ਬਚਾ ਰੱਖਿਆ ਹੈ। ਠਾੜ ਕੂਪ ਮਹਿ ਬਾਰ ਮਝਾਰ, ਖੂਹ ਦੇ ਵਿੱਚ ਪਾਣੀ ਵਿੱਚ ਖੜਾ ਹੈ। ਸਿਮਰਹਿ ਕਿਮ ਹੋਏ ਗੁਰੂ ਕਿਰਪਾਰ, ਤੇ ਸਿਮਰਦਾ ਚੇਤੇ ਕਰਦਾ ਕਿ ਗੁਰੂ ਸਾਹਿਬ ਕਿਰਪਾਲੂ ਦਾਤਾ ਆਪ ਹੀ ਸਹਾਈ ਹੋਣ। ਕਰੀ ਪ੍ਰੇਮ ਨੇ ਖੈਂਚ ਵਿਸਾਲਾ, ਤਾਂ ਕਿਰਪਾ ਹੋਈ ਕਿ ਪ੍ਰੇਮ ਨੇ ਵੱਡੀ ਖਿੱਚ ਪਾਈ। ਰਹਿਓ ਨ ਗਇਓ ਗੁਰੂ ਤਤਕਾਲਾ, ਗੁਰੂ ਸਾਹਿਬ ਤੋਂ ਵੀ ਹੁਣ ਰਿਹਾ ਨਾ ਗਿਆ, ਤੁਰੰਤ ਹੀ ਸਤਿਗੁਰੂ। ਸੰਕਟ ਜਾਨ ਸਿੱਖ ਕਹੋ ਹੋਵਾ, ਇਹ ਜਾਣ ਕੇ ਕਿ ਮੇਰੇ ਸਿੱਖ ਨੂੰ ਸੰਕਟ ਹੋਇਆ ਹੈ। ਕੂਪ ਬਾਰ ਸਿਰ ਭਾਰ ਖਰੋਵਾ, ਖੂਹ ਦੇ ਪਾਣੀ ਵਿੱਚ ਸਿਰ ਤੇ ਪੰਡ ਰੱਖੀ ਖੜਾ ਹੈ। ਬੀਤੈ ਇਸੇ ਜਾਮਨੀ ਸਾਰੀ, ਇਸ ਤਰ੍ਹਾਂ ਉਹਨੂੰ ਸਾਰੀ ਰਾਤ ਬੀਤ ਗਈ। ਖਰੋ ਰਹਿ ਨਹਿ ਭਾਰ ਉਤਾਰੀ, ਉਵੇਂ ਹੀ ਖੜਾ ਰਿਹਾ, ਸਿਰ ਤੋਂ ਪੰਡ ਨਹੀਂ ਸੁੱਟੀ ਹੈ। ਉੱਠੇ ਕਿਰਪਾ ਨਿਧ ਗਮਨੇ ਐਸੀ, ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਉੱਠ ਕੇ ਇਉਂ ਚੱਲੇ ਹਨ। ਕੁੰਚਰ ਕੇ ਮੋਚਨ ਹਿਤ ਜੈਸੇ, ਜਿਵੇਂ ਬਿਪਤਾ ਵਿੱਚ ਪਏ ਹੋਏ ਹਾਥੀ ਨੂੰ ਬਚਾਉਣ ਲਈ ਭਗਵਾਨ ਇੱਕਦਮ ਆਏ। ਆਉਂਦਾ ਨਾ ਗਜ ਕੋ ਤਰਾਸ ਮਿਟੀ ਖਿਨ ਮਹਿ, ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਵੀ ਗਜ ਜਿਉ ਹੋ ਸਹਾਏ ਬਚਨ ਕਹੇ ਹਨ। ਇਉਂ ਭਾਈ ਮੋਚਨ ਉਹਦੇ ਦੁੱਖਾਂ ਨੂੰ ਕੱਟਣ ਲਈ ਕੁੰਚਰ ਨੂੰ ਬਚਾਉਣ ਵਾਸਤੇ ਜਿਵੇਂ ਚੱਲੇ। ਨੰਗੇ ਪਾਏ ਉਤਾਏ ਲਡਾਲਤ, ਮਹਾਰਾਜ ਨੇ ਜੋੜਾ ਨਹੀਂ ਪਾਇਆ ਗੁਰੂ ਅਰਜਨ ਦੇਵ ਜੀ ਨੇ। ਨੰਗੇ ਚਰਨੀ ਇਉਂ ਉਤਾਏ ਲਡਾਲਤ, ਬੜੀ ਛੇਤੀ ਨਾਲ ਮਹਾਰਾਜ ਪਵਿੱਤਰ ਕਦਮ ਧਰਤੀ ਤੇ ਰੱਖਦੇ ਹਨ। ਹਰ ਭਰਾਏ ਨਹਿ ਵਸਤ ਸੰਭਾਲਤ, ਇਉਂ ਭਾਈ ਕਿ ਜੋ ਹਰ ਭਰਾਏ ਨਹਿ ਵਸਤ ਸੰਭਾਲਤ, ਆਪਣੀ ਵਸਤੂ ਨੂੰ ਪਰਮੇਸ਼ਰ ਵਾਹਿਗੁਰੂ ਉਹ ਭਾਈ ਸੰਭਾਲ ਰਿਹਾ। ਹਰ ਭਰਾਏ, ਜੋ ਹਰ ਭਰਾਏ ਨਹਿ ਵਸਤ ਹੈ, ਜਾਂ ਜੋ ਵੀ ਕੋਈ ਵਸਤੂਆਂ ਹਨ ਹੋਰ ਕੋਲੇ ਆਈਆਂ, ਕੋਈ ਵੀ ਮਹਾਰਾਜ ਨੇ ਨਹੀਂ ਸੰਭਾਲੀ। ਭਾਵ ਕੋਈ ਇਹ ਨਹੀਂ ਦੇਖਿਆ ਮੇਰੇ ਤਨ ਤੇ ਕੋਈ ਬਸਤਰਾ ਕਿਹੜਾ ਜੋੜਾ ਹੈਗਾ ਜਾਂ ਨਹੀਂ। ਸਤਿਗੁਰੂ ਇੱਕਦਮ ਚੱਲ ਪਏ। ਦਾਸ ਉਪਾਇਨ ਲੈ ਕਰ ਧਾਏ, ਜਿਹੜੀਆਂ ਸੰਗਤਾਂ ਸੀ ਉਹ ਵੀ ਮਹਾਰਾਜ ਇੱਕਦਮ ਤੇਜ਼ੀ ਨਾਲ ਦੌੜੇ ਜਾ ਰਹੇ ਆ। ਸੰਗਤ ਸੇਵਕ ਵੀ ਭਟਾਵਾਂ ਲੈ ਕੇ ਪਿੱਛੇ ਹੀ ਭੱਜ ਪਏ। ਕੇਤਕ ਧਾਏ ਮਿਲੇ ਸੰਗ ਆਏ, ਕਿੰਨੇ ਹੀ ਮਹਾਰਾਜ ਨਾਲ ਭੱਜ ਕੇ ਨਾਲ ਆ ਕੇ ਰਲੇ ਹਨ। ਦਾਮਨ ਆਨੋ ਹੁਕਮ ਕਰਨ ਤੇ, ਨਾਲੇ ਮਹਾਰਾਜ ਤੇਜ਼ੀ ਨਾਲ ਦੌੜੇ ਆ ਰਹੇ ਆ, ਨਾਲੇ ਕਹਿੰਦੇ ਭਾਈ ਗੁਰਸਿੱਖੋ ਛੇਤੀ ਵੱਡਾ ਰੱਸਾ ਚੁੱਕ ਲੋ, ਹੁਕਮ ਕੀਤਾ ਹੈ। ਤੇ ਸਤਿਗੁਰ ਪਹੁੰਚੇ ਉਤਲਨ ਤੇ, ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਜਗ੍ਹਾ ਤੇ ਬਹੁਤ ਉਤਲਨ ਤੇ ਛੇਤੀ ਨਾਲ ਸਤਿਗੁਰੂ ਪਹੁੰਚੇ ਹਨ। ਕੂਪ ਤੀਰ ਥਿਤ ਹੋਏ ਉਚਾਰਾ, ਖੂਹ ਦੇ ਕਿਨਾਰੇ ਖੜ ਕੇ ਸਤਿਗੁਰੂ ਨੇ ਬਚਨ ਕਹੇ। ਕੌਣ ਅਹੈ ਤੂੰ ਕਹੋ ਨਿਜ ਸਾਰਾ, ਉਹ ਕੌਣ ਹੈ ਭਾਈ ਤੂੰ, ਕੀ ਤੇਰਾ ਨਿਜ ਸਰੀਰ, ਭਾਵ ਤੇਰਾ ਨਿਜ ਸਾਰ, ਤੇਰਾ ਸਾਰ ਕੀ ਹੈ, ਤੇਰਾ ਨਿਜ ਦਾ ਚਾਹਤ ਕੀ ਹੈ। ਕਾਸ਼ਟ ਭਾਰ ਸੀਸ ਭਰ ਧਰਿਓ, ਆ ਲੱਕੜਾਂ ਦੀ ਪੰਡ ਸਿਰ ਤੇ ਰੱਖੀ ਖੜਾ ਹੈ। ਕਿਉਂ ਨਹਿ ਗੇਰਾ ਜਲ ਮਹਿ ਖਰਿਓ, ਪਾਣੀ 'ਚ ਖੜਾ ਇਹਨੂੰ ਸੁੱਟ ਕਿਉਂ ਨਹੀਂ ਦਿੰਦਾ ਹੈ। ਕਹਿਓ ਮੰਝ ਹੈ ਮੇਰੋ ਨਾਮ, ਭਾਈ ਮੰਝ ਕਹਿੰਦਾ ਸਤਿਗੁਰੂ ਮੇਰਾ ਨਾਮ ਮੰਝ ਹੈ। ਸੇਵਕ ਸ੍ਰੀ ਸਤਿਗੁਰ ਕੇ ਧਾਮ, ਮੈਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਦਾ ਸੇਵਕ ਹਾਂ। ਇਤਨੇ ਮਾਹੇ ਰੱਜੂ ਲੈ ਆਏ, ਦਾਮਨ ਵੀ ਤੇ ਰੱਜੂ ਵੀ, ਇਹ ਰੱਸੀ ਨੂੰ ਕਹਿੰਦੇ। ਇਹਨੇ ਨੂੰ ਭਾਈ ਰੱਸਾ ਲੈ ਆਏ ਗੁਰਸਿੱਖ। ਗੁਰਹਿਤ ਅਸਵਾਰੀ ਨਰ ਲਿਆਏ, ਤੇ ਗੁਰੂ ਮਹਾਰਾਜ ਦੇ ਵਾਸਤੇ ਸਵਾਰੀ ਉਹ ਵੀ ਜਿਹੜੇ ਗੁਰਸਿੱਖ ਹੈ ਨਾਲ ਲੈ ਕੇ ਆਏ।
ਜੀਨ ਤੁਰੰਗ ਪਾਏ ਕਰ ਤੂਰਨ। ਸੋਹਣੇ ਸੁੰਦਰ ਘੋੜੇ ਦੇ ਉੱਤੇ ਕਾਠੀ ਪਾ ਕਰਕੇ ਤੁਰੰਤ ਆਏ ਗੁਰੂ ਢਿਗ ਤਬ ਗੁਰ ਪੂਰਨ। ਜਦੋਂ ਸਤਿਗੁਰਾਂ ਕੋਲ ਆਏ ਤਾਂ ਪੂਰਨ ਸਤਿਗੁਰੂ ਜੀ ਨੇ ਦਾਮਨ ਕੂਪ ਵਿਖੇ ਲਟਕਾਈ। ਉਹ ਰੱਸਾ ਜਿਹੜਾ ਸੀ ਖੂਹ ਦੇ ਵਿੱਚ ਲਟਕਾਇਆ ਹੈ। ਕਹਿਓ ਕਿ ਗਹਿ ਆਵੋ ਪਰਾਈ। ਕਿਹਾ ਭਾਈ ਮੰਝ ਰੱਸਾ ਫੜ ਕੇ ਬਾਹਰ ਆ ਜਾ। ਪੂਰਬ ਭਾਰ ਨਿਕਾਸਨ ਕਰੋ। ਭਾਈ ਮੰਝ ਕਹਿੰਦਾ ਮਹਾਰਾਜ ਪਹਿਲਾਂ ਆ ਜਿਹੜਾ ਲੱਕੜਾਂ ਦੀ ਪੰਡ ਹੈ ਇਹ ਬਾਹਰ ਕੱਢੋ। ਰਹਿ ਸੁਸਕ ਨਹਿ ਜੇ ਅਬ ਧਰੋਂ। ਮਹਾਰਾਜ ਜੇ ਮੈਂ ਇਹ ਸੁੱਟ ਦਿੱਤੀ ਫਿਰ ਇਹ ਸੁੱਕੀਆਂ ਨਹੀਂ ਰਹਿਣੀਆਂ ਹੈ। ਪੁਨ ਪਿੱਛੇ ਮੁਝ ਦੇਹੁ ਨਿਕਾਸ। ਬਾਅਦ ਵਿੱਚ ਫਿਰ ਮਹਾਰਾਜ ਮੈਨੂੰ ਬਾਹਰ ਕੱਢਿਓ। ਲੈ ਈਦਨ ਚੱਲੋ ਗੁਰ ਪਾਸ। ਇਉਂ ਸਿੱਖਾਂ ਨੂੰ ਕਹਿੰਦਾ ਵੀ ਫਿਰ ਇਹ ਲੱਕੜਾਂ ਲੈ ਕੇ ਗੁਰੂ ਸਾਹਿਬ ਦੇ ਕੋਲ ਚੱਲਾਂਗੇ। ਰਚੋ ਸੰਗ ਬੰਦ ਕਰਦਾਰਾ। ਇਸ ਕਰਕੇ ਮੈਂ ਪਹਿਲਾਂ ਆ ਲੱਕੜਾਂ ਜਿਹੜੀਆਂ ਦਾਰਾਦਾਰ ਰੱਸੀ ਇਹਨੂੰ ਕਹਿੰਦੇ ਮੈਂ ਲੱਕੜਾਂ ਨਾਲ ਰੱਸੀ ਜਿਹੜੀ ਹੈ ਲੱਕੜਾਂ ਨੂੰ ਬੰਨ੍ਹਦਾ ਹੈ। ਖੈਂਚ ਬਹਿਰ ਕੋ ਨਰਨ ਨਿਕਾਰਾ। ਗੁਰਸਿੱਖਾਂ ਨੇ ਉਹ ਰੱਸੀ ਫਿਰ ਬੰਨ੍ਹ ਕੇ ਲੱਕੜਾਂ ਬਾਹਰ ਕੱਢੀਆਂ ਨੇ। ਪਿੱਛੇ ਤੇ ਦਾਮਨ ਗਹਿ ਹਾਥ। ਬਾਅਦ ਵਿੱਚ ਉਹ ਰੱਸਾ ਫਿਰ ਆਪ ਫੜ ਕੇ ਭਾਈ ਮੰਝ ਨਿਕਸਿਓ ਤਿਆਗ ਕੂਪ ਬਲ ਸਾਥ। ਆਪਣੇ ਬਲ ਨਾਲ ਖੂਹ ਵਿੱਚੋਂ ਬਾਹਰ ਨਿਕਲਿਆ ਹੈ। ਸ੍ਰੀ ਅਰਜਨ ਠਾਡੇ ਢਿਗ ਦੇਖੇ। ਤਾਂ ਦੇਖਿਆ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇੜੇ ਖੜੇ ਹਨ। ਪਾਇਨ ਭਰਿਓ ਸੋ ਪ੍ਰੇਮ ਵਸੇਖੇ। ਵਿਸ਼ੇਸ਼ ਪ੍ਰੇਮ ਸਹਿਤ ਗੁਰੂ ਸਾਹਿਬ ਦੇ ਚਰਨੀ ਪੈ ਗਿਆ। ਇਉਂ ਕਛ ਨਈ ਨਰਾਵਰ ਬਾਤਾ। ਕਹਿਣ ਲੱਗਿਆ ਮਹਾਰਾਜ ਇਹ ਹੁਣ ਕੋਈ ਨਵੀਂ ਗੱਲ ਤਾਂ ਹੈ ਨਹੀਂ ਹੈ ਜੋ ਤੁਸੀਂ ਆਏ ਹੋ। ਇਹ ਤਾਂ ਮੁੱਢ ਕਦੀਮੀ ਆਪ ਜੀ ਦਾ ਇਹੀ ਕਰਮ ਇਹੀ ਸੁਭਾਅ ਹੈ। ਸਿੱਖਨ ਕੇ ਸਹਾਏ ਦਿਨ ਰਾਤਾ। ਇਹ ਤੁਸੀਂ ਸਿੱਖਾਂ ਦੇ ਦਿਨ ਰਾਤ ਸਹਾਇਕ ਹੋ। ਲੀਨ ਬਚਾਏ ਬੂਢ ਤੇ ਜਲ ਤੇ। ਮਹਾਰਾਜ ਪਾਣੀ ਵਿੱਚ ਡੁੱਬਦੇ ਨੂੰ ਤੁਸੀਂ ਮੈਨੂੰ ਬਚਾ ਲਿਆ ਹੈ। ਬਿਰਦ ਸੁਮਾਰ ਦਾਸ ਦੁੱਖ ਦਲ ਤੇ। ਇਹ ਤੁਹਾਡਾ ਬਿਰਦ ਹੈ ਜਿਹਨੂੰ ਸੰਭਾਲਦਿਆਂ ਹੋਇਆਂ ਸੇਵਕਾਂ ਦੇ ਦੁੱਖਾਂ ਨੂੰ ਤੁਸੀਂ ਦਲ ਰਹੇ ਹੋ। ਨਹਿ ਸੇਵਕ ਦੁੱਖ ਸਕੋ ਸਹਾਰੀ। ਮਹਾਰਾਜ ਤੁਸੀਂ ਦੇਖੋ ਆਪਦੇ ਸੇਵਕਾਂ ਦੇ ਦੁੱਖ ਨਹੀਂ ਸਹਾਰ ਸਕਦੇ। ਸ਼ਕਤਹੀਨ ਹੋਵੇ ਸ਼ਰਨ ਤੁਹਾਰੀ। ਮਹਾਰਾਜ ਜੋ ਤੁਹਾਡੀ ਸ਼ਰਨ ਵਿੱਚ ਆ ਜਾਵੇ ਉਹ ਕੋਈ ਸ਼ਕਤਹੀਨ ਹੋ ਕੇ। ਇੱਕ ਤਾਂ ਅੰਦਰ ਨੇ ਮੇਰੇ ਹੈਗੀ ਆ ਤਾਕਤ ਮੈਂ ਕਰ ਲੂੰਗਾ ਹੱਲ। ਸ਼ਕਤਹੀਨ ਹੋਵੇ ਸ਼ਕਤੀਹੀਨ ਹੋਇਆ ਕਿ ਸ਼ਕਤਹੀਨ ਹੋਇਆ ਸ਼ਰਨ ਤੁਹਾਰੀ। ਜਿਵੇਂ ਆਪਾਂ ਕਹਿੰਦੇ ਮੈਂ ਕੁਛ ਨਹੀਂ ਮਹਾਰਾਜ ਕਰ ਸਕਦਾ ਹਾਂ। ਕੋਈ ਤੁਹਾਡੀ ਸ਼ਰਨ ਆਉਂਦਾ ਹੈ। ਲਾਜ ਦ੍ਰੋਪਤੀ ਕੀ ਰਖ ਲੀਨਸ। ਤੁਸੀਂ ਵੀ ਮਹਾਰਾਜ ਬ੍ਰਹਮ ਰੂਪੋਂ ਦੇਖੋ ਦ੍ਰੋਪਤੀ ਵੀ ਜਦੋਂ ਸ਼ਰਨ ਆਈ ਉਹਦੀ ਲਾਜ ਰੱਖ ਲਈ। ਅੰਬਰੀਕ ਕੋ ਨਿਰਭੈ ਕੀਨਸ। ਫਿਰ ਅੰਬਰੀਕ ਭਗਤ ਹੋਇਆ ਦਰਵਾਸ਼ੇ ਤੋਂ ਬਚਾਉਣਾ ਉਹਨੂੰ ਵੀ ਨਿਰਭੈ ਕਰਤਾ ਡਰ ਤੋਂ ਰਹਿਤ ਕਰ ਦਿੱਤਾ। ਗੁਣ ਰਾਵਰ ਕੇ ਕੌਣ ਗਿਨਾਵੈ। ਤੁਹਾਡੇ ਮਹਾਰਾਜ ਗੁਣਾਂ ਨੂੰ ਕੌਣ ਦੱਸ ਸਕਦਾ ਹੈ। ਜਿਸ ਕੋ ਸ਼ੇਸ਼ ਸ਼ਾਰਦਾ ਗਾਵੈ। ਜਿਹਨੂੰ ਸ਼ੇਸ਼ ਨਾਗ ਕੀ ਸ਼ਾਰਦਾ ਸਭ ਗਾਉਂਦੇ ਹਨ। ਮਾਂਗ ਮਾਂਗ ਭੋ ਮੰਝ ਸੁਜਾਨਾ। ਇਧਰ ਸਤਿਗੁਰੂ ਕਹਿੰਦੇ ਹੋ ਭਾਈ ਮੰਝ ਮੰਗ ਲੈ ਜੋ ਕੁਝ ਮੰਗਣਾ ਹੈ। ਹਮ ਪ੍ਰਸੰਨ ਲੇਹੁ ਬਾਂਛਤ ਦਾਨਾ। ਐ ਸਿਆਣੇ ਪੁਰਸ਼ਾ ਮੰਗ ਲੈ ਜੋ ਕੁਝ ਮੰਗਣਾ ਸੀ ਤੇਰੇ ਤੇ ਪ੍ਰਸੰਨ। ਕਾਲ ਪਰੀ ਸਭ ਤੇਰੀ ਥਾਏ। ਤੇਰੀ ਸੇਵਾ ਮੰਝ ਥਾਂ ਪੈ ਗਈ ਹੈ।
ਜਗਤ ਕਲੇਸ਼ ਛੁਟੈ ਸਮੁਦਾਇ। ਆ ਜਗਤ ਦੇ ਵੀ ਕਲੇਸ਼ ਜਿੰਨੇ ਜਨਮ ਮਰਨ ਇਤਿਆਦਿਕ ਤੋਂ ਲੈ ਕੇ ਹੋਰ ਵੀ ਸਾਰੇ ਛੁੱਟ ਗਏ। ਬੋਲਿਓ ਮੰਝ ਕਰੀ ਅਰਦਾਸ। ਭਾਈ ਮੰਝ ਕਹਿਣ ਲੱਗਿਆ, ਬੇਨਤੀ ਕੀਤੀ, ਇਹੀ ਮੰਗ ਹੋ ਰਾਵਰ ਪਾਸ। ਸਤਿਗੁਰੂ ਤੁਹਾਡੇ ਕੋਲੇ ਹੁਣ ਇਹੀ ਮੰਗ ਹੈ, ਸਭ ਤੇ ਰਹੋ ਅਜਾਚੀ ਜੈਸੇ, ਕਿ ਇਹ ਕਿਰਪਾ ਕਰ ਦਿਓ ਹੁਣ ਮੈਨੂੰ ਸਾਰੇ ਪਾਸਿਆਂ ਤੋਂ ਅਜਾਚੀ ਕਰ ਦਿਓ। ਅਜਾਚੀ ਕਹਿੰਦੇ ਨੇ ਨਾ ਮੰਗਣ ਵਾਲਾ, ਕਿ ਕਿਤੋਂ ਹੋਰ ਨਾ ਹੁਣ ਮੈਂ ਜਾ ਕੇ ਮੰਗਣਾ ਸ਼ੁਰੂ ਕਰ ਦਿਆਂ, ਕਿਤੇ ਉੱਥੇ ਹੱਥ ਅੱਡ ਲੇ, ਕਿਤੇ ਨਾ। ਸਭ ਤੇ ਰਹੋ ਅਜਾਚੀ ਜੈਸੇ, ਸਾਰਿਆਂ ਤੋਂ ਅਜਾਚੀ ਬਣ ਜਾ, ਕਿਸੇ ਦਾ ਹੋਰ ਤੁਹਾਡੇ ਦਰ ਤੋਂ ਬਿਨਾਂ ਮਥਾਜ ਨਾ ਰਹਾ। ਸਤਿਨਾਮ ਬਿਨ ਰਹੋ ਨ ਕੈਸੇ। ਦੂਜਾ ਇਹ ਹੈ ਮਹਾਰਾਜ ਜੀ, ਸੱਚੇ ਨਾਮ ਬਿਨਾਂ ਮੈਂ ਹੁਣ ਬਿਲਕੁਲ ਨਾ ਰਹਾ, ਭਾਵ ਹਮੇਸ਼ਾ ਨਾਮ ਨਾਲ ਜੁੜਿਆ ਰਹਾ। ਤੁਮਹਿ ਪਦ ਅਰਬਿੰਦ ਮਨਿੰਦ। ਤੁਹਾਡੇ ਜਿਹੜੇ ਮਹਾਰਾਜ ਚਰਨ ਕਮਲ ਹਨ, ਇਹ ਜੋ ਸ੍ਰੇਸ਼ਟ ਚਰਨ ਕਮਲ ਨੇ, ਸਮ ਮਾਨ ਸਰ ਦਿਪਹਿ ਮੁਕੰਦ। ਇਹ ਮਮ ਮਾਨ ਸਰ ਦਿਪਹਿ ਮੁਕੰਦ, ਇਉਂ ਹੋ ਜੇ ਜਿਵੇਂ ਮੇਰਾ ਜਿਹੜਾ ਮਨ ਹੈ ਮਾਨ ਸਰੋਵਰ ਹੈ। ਮੇਰੇ ਮਨ ਵਿੱਚ ਜਿਵੇਂ ਮਾਨ ਸਰੋਵਰ 'ਚ ਜਿਹੜਾ ਕਮਲ ਪ੍ਰਕਾਸ਼ ਦਾ, ਇਉਂ ਮਹਾਰਾਜ ਤੁਹਾਡੇ ਚਰਨ ਜਿਹੜੇ ਹੈ ਉਹ ਦਿਪਹਿ ਮੁਕੰਦ, ਮੁਕਤੀ ਦਾਤੇ, ਮੁਕਤੀ ਦੇ ਦਾਤੇ ਆਪ ਜੀ ਦੇ ਚਰਨ ਪ੍ਰਕਾਸ਼ਣ। ਸ੍ਰੀ ਅਰਜਨ ਜੀ ਪੁਨਹ ਬਖਾਨਾ। ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਫਿਰ ਕਿਹਾ, ਅਪਰ ਮੰਗ ਭੋ ਸਿੱਖ ਮਹਾਨਾ। ਮਹਾਰਾਜ ਕਹਿੰਦੇ ਇਹ ਵੀ ਮਿਲਿਆ ਤੈਨੂੰ, ਹੋਰ ਵੀ ਮੰਗ ਭਾਈ ਮਹਾਨ ਗੁਰ ਸਿੱਖਾ, ਜੋ ਕੁਝ ਵੀ ਮੰਗਣਾ ਹੈ। ਗੁਰ ਜੀ ਦਾਸ ਨ ਦੇਹੋ ਅਸ ਪੀਰ। ਤਾਂ ਮੰਗ ਕੀ ਮੰਗੀ ਮਹਾਰਾਜ ਜੀ, ਫਿਰ ਕਿਰਪਾ ਕਰੋ ਸੇਵਕਾਂ ਤੇ ਐਡਾ ਪਰਚਾ ਨਾ ਪਾਇਓ, ਐਡੀ ਪੀੜ ਨਾ ਦਿਓ। ਸਹਿ ਨਾ ਸਕੈ ਸਹਿ ਹੋਏ ਅਧੀਰ। ਮਹਾਰਾਜ ਕਿਉਂਕਿ ਅਧੀਰ ਹੋ ਕੇ, ਧੀਰਜ ਡੋਲ ਕਰਕੇ, ਕੋਈ ਅਡੋਲਤਾ ਵਿੱਚ ਹੋ ਜੇ, ਡੋਲਣ ਵਿੱਚ ਹੋ ਜੇ ਧੀਰ, ਧੀਰ ਨਾਮ ਧੀਰਜ ਦਾ ਆੜਾ ਲੱਗ ਗਿਆ। ਧੀਰਜ ਤੋਂ ਰਹਿਤ ਹੋ ਕੇ ਮਹਾਰਾਜ ਕੋਈ ਐਸਾ ਨਾ ਹੋਵੇ ਕਿ ਸਿੱਖ ਐਡਾ ਪਰਚਾ ਨਾ ਸਹਿ ਸਕੇ। ਸੁਨੋ ਮੰਝ ਕੰਚਨ ਮਨ ਮਿਲਿਓ। ਭਾਈ ਮੰਝ ਨੂੰ ਕਿਹਾ ਸਤਿਗੁਰੂ। ਮਹਾਰਾਜ ਕਹਿਣ ਲੱਗੇ, ਹੇ ਮੰਝ ਸੁਣ, ਇਹ ਜਿਹੜਾ ਕੰਚਨ ਮਨ ਮਿਲਿਓ, ਮਨ ਦਾ ਇੱਥੇ ਅਰਥ ਹੈ ਮਨ, ਮਨ ਤੋਂ ਭਾਵ ਹੈ ਲੋਹਾ। ਕਿ ਮਹਾਰਾਜ ਕਹਿਣ ਲੱਗੇ ਇਹ ਲੋਹਾ ਰੂਪੀ ਮਨ ਮਿਲ ਕੇ ਹੁਣ ਕੰਚਨ ਹੋ ਗਿਆ ਹੈ। ਜਦੋਂ ਜਾਂ ਕਹੀਏ ਸੁਣੋ ਮੰਝ ਕੰਚਨ ਮਨ ਮਿਲਿਓ, ਹਾਂ ਸੋਨੇ ਦੇ ਵਿੱਚ ਭਾਈ ਮੰਝ ਲੋਹਾ ਮਿਲਿਆ ਹੋਵੇ ਨਾ, ਘਟ ਹੈ ਸੋ ਜਿਉਂ ਜਿਉਂ ਅਗਨੀ ਢਲਿਓ। ਭਾਈ ਮੰਝ ਉਹਨੂੰ ਅਗਨੀ ਦਾ ਤਾ ਦੇਣਾ ਪੈਂਦਾ ਹੈ। ਜਿਉਂ ਜਿਉਂ ਅਗਨੀ ਦਾ ਤਾ ਦੇਵਾਂਗੇ ਤਿਉਂ ਤਿਉਂ ਫਿਰ ਉਹ ਲੋਹਾ ਜਿਹੜਾ ਹੈ, ਜਿਹੜੀ ਖੋਟ ਹੈ ਸੋਨੇ ਵਿੱਚੋਂ, ਉਹ ਘਟਦੀ ਹੈ। ਤਾਊ ਕਸੌਟੀ ਤੇ ਸੁਧ ਹੋਏ, ਜਾਂ ਤਾਓ ਕਸੌਟੀ, ਉਹ ਅਗਨੀ ਦੀ ਤਾ ਦੇ ਨਾਲ ਕਸਵੱਟੀ ਲਾਈ ਜਾਂਦੀ ਹੈ, ਫੇਰ ਇਹ ਸੋਨਾ ਸ਼ੁੱਧ ਹੁੰਦਾ ਹੈ। ਕੋਸ਼ ਵਿਖੇ ਤੇ ਪਾਈਅਤ ਸੋਏ। ਫੇਰ ਭਾਈ ਮੰਝ ਖਜ਼ਾਨੇ ਦੇ ਵਿੱਚ ਉਸਨੂੰ ਪਾਇਆ ਜਾਂਦਾ ਹੈ। ਜੋ ਸਤਿਗੁਰ ਕੇ ਸਿੱਖ ਉਧਾਰੇ। ਇਹ ਭਾਈ ਮੰਝ ਜੋ ਗੁਰੂ ਦੇ ਮਹਾਨ ਗੁਰਸਿੱਖ, ਮੋਖ ਕੋਸ਼ ਕੇ ਉਚਿਤ ਸੁਧਾਰੇ। ਅਸੀਂ ਉਹਨਾਂ ਨੂੰ ਮੁਕਤੀ ਦੇ ਖਜ਼ਾਨੇ ਵਿੱਚ ਪਾਉਣਾ। ਇਸ ਕਰਕੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਸ਼ੁੱਧ ਕੰਚਨ ਕਰਕੇ ਮੁਕਤੀ ਦੇ ਖਜ਼ਾਨੇ ਵਿੱਚ ਪਾ ਕੇ ਉਚਿਤ ਸੁਧਾਰੇ। ਉਹ ਉਚਿਤ ਹੈ, ਸੁਧਾਰਨਾ ਭਾਵੇਂ ਪੇਪਰ ਪਾਉਣੇ ਸਾਡੇ ਲਈ ਉਚਿਤ ਹਨ। ਕਰੀਅਤ ਹੈ ਜੋ ਆਪਨ ਸਰੂਪਾ। ਤੇ ਉਹਨਾਂ ਨੂੰ ਜੋ ਆਪਣਾ ਸਵੈ ਸਰੂਪ ਕਰ ਲੈਣਾ, ਜਿਸ ਤੇ ਪਾਈਅਤ ਆਨੰਦ ਅਨੂਪਾ, ਜਿਹਦੇ ਨਾਲ ਭਾਈ ਮੰਝ ਅਨੂਪਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਹ ਭੀ ਦਇਓ ਔਰ ਲੈ ਹੋ ਜਾਚੇ। ਮਹਾਰਾਜ ਕਹਿੰਦੇ ਭਾਈ ਮੰਝ ਇਹ ਵੀ ਤੈਨੂੰ ਦਿੱਤਾ, ਤੂੰ ਹੋਰ ਵੀ ਮੰਗ ਲੈ। ਸੁਣਤ ਮੰਝ ਕਹਿ ਸ੍ਰੀ ਗੁਰ ਸਾਚੇ।
ਤਾਂ ਸੁਣ ਕੇ ਭਾਈ ਮੰਝ ਕਹਿਣ ਲੱਗਿਆ, ਹੇ ਸੱਚੇ ਪਾਤਸ਼ਾਹ ਆਪਣੋ ਸਿਦਕ ਦਾਨ ਦਿਓ ਸੋਏ। ਕਿਰਪਾ ਕਰਕੇ ਆਪਣਾ ਸਿਦਕ ਦਾ ਦਾਨ ਬਖਸ਼ ਦਿਓ। ਸਦਾ ਅਜਾਚੀ ਬ੍ਰਿਤ ਅਬ ਹੋਏ, ਕਿ ਜਿਹੜੀ ਮੇਰੀ ਬਿਰਤੀ ਆ ਹੁਣ ਸਦਾ ਅਜਾਚੀ ਹੋ ਜੇ, ਭਾਵ ਕੋਈ ਮੰਗ ਹੀ ਨਾ ਰਹੇ ਮੇਰੇ ਬਿਰਤੀ ਵਿੱਚ। ਸੁਣ ਸ੍ਰੀ ਅਰਜਨ ਦੀ ਤਿਸ ਕਾਲ, ਇਹ ਸੁਣ ਕੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਸ ਸਮੇਂ ਸਿੱਖ ਕੀ ਮਹਿਮਾ ਕੀਨ ਵਿਸਾਲ, ਭਾਈ ਮੰਝ ਦੀ ਬਹੁਤ ਮਹਿਮਾ ਕੀਤੀ ਹੈ। ਸ੍ਰੀ ਮੁਖ ਬਾਕ ਮੰਝ ਪਿਆਰਾ ਗੁਰੂ ਕੋ, ਗੁਰ ਮੰਝ ਪਿਆਰਾ। ਮਹਾਰਾਜ ਨੇ ਬਚਨ ਕੀਤੇ ਵੀ ਮੰਝ ਗੁਰੂ ਨੂੰ ਪਿਆਰਾ ਹੈ ਤੇ ਗੁਰੂ ਮੰਝ ਨੂੰ ਪਿਆਰਾ ਹੈ। ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ, ਇਹ ਮੰਝ ਗੁਰੂ ਕਾ ਜਹਾਜ਼ ਬਣਾਤਾ ਜਿਹਦੇ ਨਾਲ ਜੁੜ ਕੇ ਜਗਤ ਵੀ ਤਰਨਹਾਰਾ ਬਣ ਜਾਵੇਗਾ। ਚੌਪਈ ਅੰਗ ਸੰਗ ਕਰ ਪ੍ਰੇਮ ਲਗਾਇਓ, ਪ੍ਰੇਮ ਕਰਕੇ ਮਹਾਰਾਜ ਨੇ ਭਾਈ ਗਲ ਲਾਇਆ ਹੈ। ਆਤਮ ਗਿਆਨ ਤੁਰਤ ਹੀ ਪਾਇਓ, ਤੁਰੰਤ ਭਾਈ ਮੰਝ ਨੇ ਆਤਮ ਗਿਆਨ ਪਾ ਲਿਆ। ਕਹਿਓ ਮੰਝ ਤੂੰ ਅਬ ਗ੍ਰਹਿ ਜਾਏ, ਮਹਾਰਾਜ ਕਹਿੰਦੇ ਭਾਈ ਮੰਝ ਹੁਣ ਆਪਣੇ ਘਰ ਚਲਿਆ ਜਾ। ਹੇਤ ਗੁਰੂ ਕੇ ਦੇਗ ਚਲਾਏ, ਗੁਰੂ ਨਿਮਿਤ ਉੱਥੇ ਜਾ ਕੇ ਲੰਗਰ ਚਲਾ। 9 ਨਿਧ ਸਿੱਧ 18 ਪਾਈ, ਕੋਈ ਤੇਰੇ ਕੋਲੇ ਘਾਟ ਨਹੀਂ ਰਹੂ। 9 ਨਿਧੀਆਂ 18 ਸਿੱਧੀਆਂ ਤੈਨੂੰ ਮਿਲ ਗਈਆਂ। ਕਰੋ ਸਮਾਜ ਜਿਤਕ ਮਨ ਭਾਈ, ਜਿੰਨਾ ਤੇਰਾ ਮਨ ਭਾਉਂਦਾ ਉਨਾ ਸਮਾਜ ਕਰ ਲਈ, ਭਾਵ ਸਾਰੇ ਪਦਾਰਥ ਤੇਰੇ ਦਰ ਤੇ ਆਉਣਗੇ। ਇਮ ਕਹਿ ਚੜ ਡੇਰਨ ਮਹਿ ਆਈ, ਇਹ ਬਚਨ ਕਰਕੇ ਸਤਿਗੁਰੂ ਘੋੜੇ ਤੇ ਸਵਾਰ ਹੋ ਕੇ ਸਥਾਨ ਤੇ ਆ ਗਏ। ਸਭ ਮਹਿ ਜਸ ਕਹਿਓ ਬਿਦਤਾਏ, ਇਹ ਜਸ ਭਾਈ ਮੰਝ ਦਾ ਸਾਰਿਆਂ ਵਿੱਚ ਕਹਿ ਕੇ ਪ੍ਰਗਟ ਕੀਤਾ ਹੈ। ਮੰਝ ਗਇਓ ਗ੍ਰਹਿ ਸਭ ਕਿਛ ਪਾਇਓ, ਭਾਈ ਮੰਝ ਨੇ ਸਾਰਾ ਕੁਝ ਪ੍ਰਾਪਤ ਕਰ ਲਿਆ, ਘਰ ਚਲਿਆ ਗਿਆ। ਇਸਤਰੀ ਪੁੱਤਰ ਸੁਤਾ ਗੁਣ ਗਾਇਓ, ਇਹਦੀ ਇਸਤਰੀ ਪੁੱਤਰ ਧੀ ਸਭ ਵਾਹਿਗੁਰੂ ਦੇ ਗੁਣ ਗਾਉਂਦੇ ਸਤਿਗੁਰੂ ਜੀ ਦੇ। ਮਨ ਅਨੇਕ ਹੀ ਅੰਨ ਪਕਾਵੇ, ਐਡਾ ਲੰਗਰ ਚੱਲਣਾ ਸ਼ੁਰੂ ਹੋਇਆ, ਅਨੇਕਾਂ ਮਣ ਅੰਨ ਪਕਦਾ ਸੀ। ਗੁਰੂ ਅਰਥ ਅਰਥੀਨ ਅਚਾਵੇ, ਗੁਰੂ ਦੇ ਅਰਥ ਗੁਰੂ ਦੇ ਨਿਮਿਤ ਭਾਈ ਲੋੜਵੰਦਾਂ ਨੂੰ ਛਕਾਉਂਦਾ ਹੈ। ਸਰਬ ਪਰਿਵਾਰ ਸੰਗ ਸੁਖ ਪਾਈ, ਤੇ ਸਾਰੇ ਪਰਿਵਾਰ ਸਮੇਤ ਸੁਖ ਪਾਉਂਦਾ ਹੋਇਆ। ਭਇਓ ਮੁਕਤ ਗੁਰ ਕੇ ਗੁਣ ਗਾਏ, ਇਉਂ ਗੁਰੂ ਦੇ ਗੁਣ ਗਾਉਂਦਾ ਭਾਈ ਮੰਝ ਮੁਕਤ ਹੋ ਗਿਆ। ਸਹਿਓ ਕਸੌਟੀ ਉਤਰਿਓ ਪੂਰਾ, ਇਹ ਕਸੌਟੀ ਨੂੰ ਸਿਹਾ ਤੇ ਉਸ ਕਸਵੱਟੀ ਤੇ ਪੂਰਾ ਉਤਰਿਆ। ਅੰਤ ਪਾਏ ਉੱਤਮ ਪਦ ਰੂਰਾ, ਤੇ ਅੰਤ ਨੂੰ ਭਾਈ ਉੱਤਮ ਪਦ ਵੀ ਸੁੰਦਰ ਪਦ, ਚੌਥੇ ਪਦ ਪਰਮ ਪਦ ਦੀ ਪ੍ਰਾਪਤੀ ਕਰ ਲਈ। ਇਹ ਤਾਂ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਹੈ। ਇੱਥੇ ਤੱਕ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਪੰਚਮ ਮਹੱਲੇ 5ਵੇਂ ਮਹੱਲੇ ਭਾਈ ਮੰਝ ਪ੍ਰਸੰਗ ਵਰਣਨ, ਜੋ ਭਾਈ ਮੰਝ ਦਾ ਪ੍ਰਸੰਗ ਵਰਣਨ ਕੀਤਾ ਹੈ। ਨਾਮ ਖਸ਼ਟਮ ਮੰਦਰ ਹੈ, ਇਹ 6ਵੇਂ ਘਰ ਦਾ ਜੋ ਪ੍ਰਸੰਗ ਹੈ। ਆਓ ਹੁਣ ਟਾਈਮ ਹੋ ਗਿਆ ਸਮਾਪਤੀ ਦਾ, ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।